ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਜੋਤ ਸ਼ਬਦ ਬ੍ਰਹਮ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ। ਹਰ ਰੋਜ਼ ਦੀ ਤਰ੍ਹਾਂ ਮਹਾਰਾਜ ਨੇ ਸ਼ਾਮ ਦੇ ਸਮੇਂ ਆਪਣੇ ਦਰ ਘਰ ਦੀ ਹਾਜ਼ਰੀ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਵਡਭਾਗੀ ਮਾਈ ਭਾਈ ਗੁਰੂ ਕਾ ਸੋਹਣਾ ਸੁੰਦਰ ਇਤਿਹਾਸ ਕਥਾ ਰੂਪ ਵਿੱਚ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਦੂਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਤਿਗੁਰੂ ਜੀ ਦੀ ਅੰਸ਼ ਬੰਸ 12ਵੀਂ ਪੀੜ੍ਹੀ ਵਿੱਚ ਪੈਦਾ ਹੋਏ ਮਹਾਨ ਵਿਦਵਾਨ, ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਤ੍ਰੇਹਣ ਬੰਸ। ਉਹਨਾਂ ਦੁਆਰਾ ਰਚਿਤ ਦਸਾਂ ਪਾਤਸ਼ਾਹੀਆਂ ਦਾ ਜੋ ਜੀਵਨ ਇਤਿਹਾਸ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਹੈ ਉਹ ਚੱਲ ਰਹੀ ਹੈ। ਪੰਚਮ ਪਾਤਸ਼ਾਹ ਮਹਾਰਾਜ ਦਾ ਜੀਵਨ ਪ੍ਰਸੰਗ ਜੋ ਪੰਜਵੇਂ ਮਹੱਲੇ ਦਾ ਕੱਲ ਆਪਾਂ 27ਵੇਂ ਕਰਦੇ ਇੰਨੀ ਕਥਾ ਸਰਵਣ ਕੀਤੀ ਹੈ ਕਿ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨ ਬੀੜ ਉਹ ਲਿਖਵਾ ਰਹੇ ਹਨ। ਭਾਈ ਗੁਰਦਾਸ ਜੀ ਲਿਖਾਰੀ ਹੋ ਕਰਕੇ ਲਿਖ ਰਹੇ ਨੇ ਤਾਂ ਲੜੀ ਤਹਿਤ ਦੱਸ ਰਹੇ ਨੇ ਕਿਵੇਂ ਕਿਵੇਂ ਬਾਣੀ ਲਿਖੀ ਗਈ। ਸਵਈਆਂ ਦੀ ਬਾਬਤ ਕੱਲ ਇਤਿਹਾਸ ਦਿੱਤਾ ਹੈ ਕਿ ਜੋ ਭੱਟਾਂ ਦੇ ਸਵਈਏ ਹਨ। ਭੱਟ ਕੌਣ ਨੇ? ਕੋਈ ਸਮਾਂ ਸੀ ਬ੍ਰਹਮ ਲੋਕ ਦੇ ਵਿੱਚ ਸਾਰੇ ਦੇਵਤਿਆਂ ਦਾ ਦੀਵਾਨ ਲੱਗਿਆ ਹੈ, ਜਿਨ੍ਹਾਂ ਦੇ ਵਿੱਚ ਵੇਦ ਵੀ ਆਪਣਾ ਰੂਪ ਧਾਰ ਕਰਕੇ ਦੇਵ ਰੂਪ ਧਾਰ ਕੇ ਚਾਰੇ ਵੇਦ ਵੀ ਬੈਠੇ ਹਨ। ਤਾਂ ਉਸ ਸਮੇਂ ਜੋ ਸਭ ਤੋਂ ਦੇਵਤਿਆਂ ਦਾ ਸ਼੍ਰੋਮਣੀ ਦੇਵ ਵਿਸ਼ਨ ਭਗਵਾਨ ਚੱਲ ਕੇ ਆਏ। ਸਾਰੇ ਦੇਵਤਿਆਂ ਨੇ ਉੱਠ ਕੇ
ਆਦਰ ਕੀਤਾ, ਪਰ ਇਹ ਚਾਰ ਵੇਦ ਦੇਵ ਰੂਪ ਵਿੱਚ ਬੈਠੇ ਇਹਨਾਂ ਦੇ ਅੰਦਰ ਹੰਗਤਾ ਹੋ ਗਈ, ਇਹ ਉੱਠੇ ਨਾ। ਮਨ ਵਿੱਚ ਹੋ ਗਿਆ ਗਿਆਨ ਤਾਂ ਅਸੀਂ ਦਿੰਦੇ ਹਾਂ ਜਗਤ ਵਿੱਚ, ਜੇ ਅਸੀਂ ਨਾ ਹੁੰਦੇ ਮਰਜ਼ਾਦਾ ਕੌਣ ਚਲਾਉਂਦਾ। ਤਾਂ ਸ਼੍ਰੀ ਵਿਸ਼ਨੂੰ ਭਗਵਾਨ ਜੀ ਨੇ ਵੇਖ ਕਰਕੇ ਕਿ ਹੰਕਾਰੀ ਹੋ ਗਏ ਨੇ, ਤਾਂ ਇਹਨਾਂ ਨੂੰ ਸ਼ਰਾਪ ਦਿੱਤਾ ਕਿ ਤੁਹਾਨੂੰ ਬ੍ਰਹਮ ਲੋਕ ਵਿੱਚ ਰਹਿਣ ਦਾ ਹੁਣ ਕੋਈ ਅਧਿਕਾਰ ਨਹੀਂ, ਤੁਸੀਂ ਹੰਕਾਰੀ ਹੋ, ਹੰਕਾਰੀ ਨੂੰ ਇੱਥੇ ਕੋਈ ਥਾਂ ਨਹੀਂ ਹੈ। ਮ੍ਰਿਤਕ ਲੋਕ ਭਾਵ ਮਾਤ ਲੋਕ ਵਿੱਚ ਜਾਓ, ਦੇਹਾਂ ਪਾਓ ਜਾ ਕੇ, ਉੱਥੇ ਜਾ ਕੇ ਜਿਹੜਾ ਹੰਕਾਰ ਵਾਲਾ ਥਾਂ ਬਣਾਇਆ ਇਹਦਾ ਨਿਵਰਤੀ ਕਰੋ ਜਾ ਕੇ ਪਹਿਲਾਂ। ਤੇ ਇਹ ਵੀ ਕਿਹਾ ਕਿ ਇੱਕ ਇੱਕ ਜਿਹੜਾ ਵੇਦ ਹੈ ਉਹ ਚਾਰ ਚਾਰ ਬ੍ਰਾਹਮਣ ਰੂਪ ਸਰੀਰ ਧਾਰੂਗਾ। ਭੱਟਾਂ ਦੇ ਘਰ ਤੁਹਾਡੇ ਭੱਟ ਬ੍ਰਾਹਮਣਾਂ ਦੇ ਘਰ ਜਨਮ ਹੋਣਗੇ, ਤਾਂ ਫਿਰ ਇਹ ਭਾਈ ਸ਼ਿਵਪੁਰੀ ਜੋ ਕਾਂਸੀ ਹੈ ਉੱਥੇ ਆ ਕੇ ਇਹਨਾਂ ਨੇ ਜਨਮ ਲਿਆ। ਤੇ ਇਹਨਾਂ ਦੇ ਨਾਮ ਵੀ ਦੱਸੇ ਨੇ। ਜਿਹੜਾ ਸ਼ਾਮ ਵੇਦ ਹੈ ਉਹਦੇ ਚਾਰ ਰੂਪ ਹੋਏ, ਜਾਲਪ ਭੱਟ, ਬਲ ਭੱਟ, ਹਰਬੰਸ ਭੱਟ ਔਰ ਮਥੁਰਾ ਜੀ ਭੱਟ। ਫਿਰ ਜਿਹੜਾ ਰਿਗਵੇਦ ਹੈ ਉਹਦੀਆਂ ਚਾਰ ਰੂਪ ਹੋਏ, ਭੱਟ ਸ੍ਰੀ ਕਲਸਹਾਰ ਜੀ, ਭੱਟ ਕਲ ਜੀ, ਭੱਟ ਜਲ ਜੀ, ਭੱਟ ਨਲ ਜੀ। ਜਿਹੜਾ ਜਜੁਰਵੇਦ ਹੈ ਉਹਦੇ ਚਾਰ ਸਰੂਪ ਹੋਏ, ਭੱਟ ਟਲ ਜੀ, ਭੱਟ ਸਲ ਜੀ, ਭੱਟ ਜੱਲੈ ਜੀ ਤੇ ਭੱਟ ਭੱਲ ਜੀ। ਇੱਕ ਜਲ ਭੱਟ ਇੱਕ ਜੱਲੈ ਭੱਟ ਹੈ, ਕਿਉਂ ਥੋੜਾ ਜਿਹਾ ਫਰਕ ਹੈ। ਤੇ ਜਿਹੜਾ ਅਥਰਵਣ ਵੇਦ ਹੈ ਉਸਦੇ ਚਾਰ ਰੂਪ ਹੋਏ, ਭੱਟ ਕੀਰਤ ਜੀ, ਭੱਟ ਗੈਂਦ ਜੀ, ਭੱਟ ਦਾਸ ਜੀ ਔਰ ਭੱਟ ਗੰਗਾ ਜੀ। ਇਹ 16 ਭੱਟ। ਕੱਲ ਇਹ ਆਪਾਂ ਵਿਚਾਰ ਕਰ ਲਈ ਸੀ ਕਿ ਆਮ ਹੁਣ ਪ੍ਰਚਲਿਤ ਇਹੀ ਹੈ ਕਿ 11 ਭੱਟਾਂ ਦੀ ਬਾਣੀ, ਪਰ ਪ੍ਰਾਤਨ ਗ੍ਰੰਥਾਂ ਵਿੱਚ ਔਰ ਸੰਪਰਦਾ ਦੇ ਵਿੱਚ 17 ਮੰਨੇ ਜਾਂਦੇ ਆ। 16 ਇਹ ਹੋ ਗਏ। ਫਿਰ ਜੋ ਬ੍ਰਹਮਾ ਜੀ ਨੇ ਉਹਨਾਂ ਨੇ ਇੱਕ ਦਿਨ ਵਿਸ਼ਨੂੰ ਜੀ ਕੋਲੇ ਕਿਹਾ ਵੀ ਹੁਣ ਉਹ ਜਿਹੜਾ ਹੈ ਵੇਦ ਜਿਹੜੇ ਨੇ ਸਰਾਪ ਪਾ ਕੇ ਦਿਆਂ ਤੇ ਧਾਰ ਲੀਆਂ, ਤੁਸੀਂ ਬਖਸ਼ ਦਿਓ ਉਹਨਾਂ ਨੂੰ, ਫੇਰ ਨਹੀਂ ਉਹ ਮਨ ਵਿੱਚ ਐਸਾ ਹੰਕਾਰ ਲਿਆਉਣਗੇ। ਤਾਂ ਭਗਵਾਨ ਵਿਸ਼ਨੂੰ ਨੇ ਕਿਹਾ, ਹੇ ਬ੍ਰਹਮਾ ਤੇਰਾ ਬਚਨ ਨਹੀਂ ਮੋੜਿਆ ਜਾ ਸਕਦਾ, ਹੁਣ ਤੂੰ ਹੀ ਜਾ ਕੇ ਉਹਨਾਂ ਨੂੰ ਬਖਸ਼ਾ। ਜੇ ਬਖਸ਼ਾਉਣਾ ਚਾਹੁੰਦਾ ਫਿਰ ਤੈਨੂੰ ਵੀ ਮਨੁੱਖਾ ਜਨਮ ਰੂਪ ਲੈਣਾ ਪਵੇਗਾ। ਤੇ ਇਉਂ ਫਿਰ ਜਿਹੜਾ ਭੱਟ ਭਿੱਖਾ ਜੀ ਹੋਏ ਨੇ, ਇਹ ਗ੍ਰੰਥਕਾਰ ਕਹਿੰਦੇ ਨੇ ਕਿ ਭਾਈ ਇਹ ਬ੍ਰਹਮਾ ਰੂਪ ਹੋਇਆ, ਜਾ ਕੇ ਆਪਣਾ ਨਾਂ ਭਿੱਖਾ ਰਖਾਉਣਾ। ਤੇ ਉਹਨਾਂ ਸਾਰੇ 16 ਜਾਣਿਆਂ ਨੂੰ ਲੈ ਕਰਕੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਲਿਜਾ ਕੇ ਉਹਨਾਂ ਨੂੰ ਗੁਰੂ ਧਾਰਨ ਕਰਨ, ਫੇਰ ਮੁਕਤੀ ਹੋਵੇਗੀ। ਤਾਂ ਫਿਰ ਇਹ ਇੱਥੇ ਆਏ ਨੇ ਤੇ ਗੁਰੂ ਸਾਹਿਬ ਜੀ ਦੀ ਉਪਮਾ ਕੀਤੀ ਹੈ। ਇਹਨੂੰ ਅਸ਼ਟਕੋ ਸਤਤੀ ਕਿਹਾ, ਜੋ ਕੱਲ ਆਪਾਂ ਇੱਥੇ ਤੱਕ ਵਿਚਾਰ ਕਰ ਲਈ ਸੀ। ਕਿਵੇਂ ਭੁਜੰਗ ਪ੍ਰਜਾਤ ਦੇ ਵਿੱਚ ਮਹਾਰਾਜ ਦੀ ਉਸਤਤੀ ਕਰਦੇ ਆ, ਮੰਗਲ ਗਾਇਨ ਕੀਤਾ। ਆਓ ਇਸ ਤੋਂ ਅਗਲੀ ਕਥਾ ਪ੍ਰੇਮ ਤੇ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਇਮ ਅਸ਼ਟਕ ਉਸਤਤ ਕਰੀ, ਪਾਠ ਮਨ ਬਾਛਤ ਪਾਈ। ਇਸ ਤਰ੍ਹਾਂ ਅਸ਼ਟਕ ਉਸਤਤ ਕੀਤੀ ਹੈ, ਭਾਵ 8 ਸਵਈਆਂ ਦੇ ਵਿੱਚ ਭੁਜੰਗ ਪ੍ਰਜਾਤ ਦੇ ਪਦਿਆਂ ਵਿੱਚ ਉਸਤਤ ਕੀਤੀ, ਜਿਹਨੂੰ ਪੜ੍ਹ ਕਰਕੇ ਮਨ ਬਾਛਤ ਫਲ ਪਾਇਆ। ਦੀਨ ਹੋਏ ਪੁਨ ਸਗਰਹੀ, ਰਹੇ ਚਰਨ ਲਪਟਾਏ। ਉਸਤਤੀ ਕਰਕੇ ਫਿਰ ਇਹ ਬਹੁਤ ਨਿਮਾਣੇ ਹੋ ਗਏ ਸਾਰੇ ਹੀ, ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਚਰਨਾਂ ਨਾਲ ਲਿਪਟ ਗਏ। ਚੌਪਈ ਸ੍ਰੀ ਸਤਿਗੁਰ ਜੀ ਅੰਤਰ ਜਾਮੀ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੋ ਸਤਿਗੁਰੂ ਅੰਤਰਜਾਮੀ ਨੇ,
ਜਾਨ ਲੀਨ ਗਤ ਤਿਨ ਕੀ ਸੁਆਮੀ। ਮਾਲਕ ਸਤਿਗੁਰੂ ਨੇ ਇਹਨਾਂ ਦੀ ਜੋ ਹਾਲਤ ਹੈ ਉਹ ਸਭ ਜਾਣ ਲਈ। ਤਉ ਕਹਿਓ ਕਿਸ ਹਿਤ ਤੁਮ ਆਏ। ਫਿਰ ਵੀ ਮਹਾਰਾਜ ਨੇ ਕਿਹਾ, ਭਾਈ ਇਹ ਦੱਸੋ ਵੀ ਕਿਸ ਵਾਸਤੇ ਤੁਸੀਂ ਆਏ ਹੋ। ਕੌਣ ਅਹੋ ਦੇਹੁ ਸਭ ਬਤਲਾਏ। ਫਿਰ ਤੁਸੀਂ ਕੌਣ ਹੋ ਇਹ ਵੀ ਸਾਰਾ ਦੱਸ ਦੇਵੋ। ਸੁਨ ਗੁਰ ਬਚ ਭਿਖਾ ਤਬ ਬੋਲਾ। ਇਹ ਸੁਣ ਕਰਕੇ ਫਿਰ ਜੋ ਬ੍ਰਹਮਾ ਰੂਪ ਹੈ ਭੱਟ ਭਿਖਾ ਜੀ ਉਹ ਕਹਿਣ ਲੱਗੇ, ਹੋ ਸਤਿਗੁਰ ਤਬ ਦਰਸ ਅਮੁੱਲਾ। ਹੇ ਸਤਿਗੁਰੂ ਜੀ, ਤੁਹਾਡੇ ਜਿਹੜੇ ਦਰਸ਼ਨ ਹਨ ਇਹ ਅਮੋਲਕ ਨੇ। ਇਹ ਸਭ ਵੇਦ ਸਰਾਪ ਤੇ ਆਏ। ਇਹ 16 ਜਾਣੇ ਵੇਦ ਨੇ, ਚਾਰੇ ਚਾਰ ਚਾਰ ਰੂਪ ਸਰੀਰ ਧਾਰ ਕੇ ਸਰਾਪ ਹੋਇਆ ਤੇ ਕਾਂਸੀ ਵਿੱਚ ਇਹਨਾਂ ਨੂੰ ਜਨਮ ਲੈਣਾ ਪਿਆ। ਸਾਰੀ ਗੱਲ ਦੱਸੀ। ਕਰੋ ਸਿੱਖ ਹਮ ਦੇਹੁ ਬਖਸ਼ਾਏ। ਕਿਰਪਾ ਕਰਕੇ ਹੁਣ ਸਾਨੂੰ ਸਿੱਖ ਬਣਾ ਲਓ ਤੇ ਇਹਨਾਂ ਨੂੰ ਬਖਸ਼ ਦਿਓ, ਸਾਰਿਆਂ ਨੂੰ ਬਖਸ਼ਾ ਦਿਓ। ਜਬ ਤੁਮ ਚਰਨ ਅੰਮ੍ਰਿਤ ਕੋ ਪਾਵੇ। ਜਦੋਂ ਮਹਾਰਾਜ ਜੀ ਤੁਹਾਡੇ ਚਰਨਾਂ ਦਾ ਅੰਮ੍ਰਿਤ ਪ੍ਰਾਪਤ ਕਰਾਂਗੇ, ਤਬ ਨਿਜ ਪਦ ਪਹੁੰਚੈ ਸੁਖ ਪਾਵੇ। ਤਾਂ ਭਾਈ ਨਿਜ ਪਦ ਜਿਹੜਾ ਹੈ ਉਸ ਵਿੱਚ ਪਹੁੰਚ ਕਰਕੇ ਸੁਖ ਪਾ ਲਵਾਂਗੇ। ਕਹਿਓ ਗੁਰੂ ਤਬ ਬਚਨ ਅਨੂਪ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਅਨੂਪਮ ਜਿਹੜਾ ਬਚਨ ਹੈ, ਉਪਮਾ ਤੋਂ ਵੀ ਉੱਪਰ ਐਸੇ ਬਚਨ ਕਹੇ ਹਨ। ਬ੍ਰਹਮਾ ਜੁਤ ਤੁਮ ਵੇਦ ਸਰੂਪ। ਕਿ ਤੁਸੀਂ ਜਿੰਨੇ ਵੀ ਬ੍ਰਹਮਾ ਸਮੇਤ ਵੇਦਾਂ ਦੇ ਸਰੂਪ ਹੋ। ਨਿਰਨੇ ਬ੍ਰਹਮ ਤੁਮਨ ਤੇ ਭਇਓ। ਇਹ ਜਿਹੜਾ ਬ੍ਰਹਮ ਦਾ ਨਿਰਣਾ ਹੈ ਤੁਹਾਡੇ ਤੋਂ ਹੋਇਆ ਹੈ। ਤਿਸ ਬ੍ਰਹਮ ਜਗ ਮਹਿ ਨਰ ਤਨ ਲਇਓ। ਇਉਂ ਭਾਈ ਉਸੇ ਬ੍ਰਹਮ ਨੇ ਜਗਤ ਦੇ ਵਿੱਚ ਦੇਖੋ ਮਹਾਰਾਜ ਕਹਿੰਦੇ ਫਿਰ ਮਨੁੱਖਾ ਸਰੂਪ, ਮਨੁੱਖਾ ਸਰੀਰ ਰੂਪ ਤਨ ਧਾਰਿਆ। ਗੁਰ ਨਾਨਕ ਸੋ ਨਾਮ ਕਹਾਇਓ। ਤੇ ਗੁਰੂ ਨਾਨਕ ਦੇ ਮਹਾਰਾਜ ਰੂਪ ਨਾਮ ਉਹਨਾਂ ਕਹਾਇਆ ਹੈ। ਅਬ ਤੁਮ ਨੇ ਭੀ ਨਰ ਤਨ ਪਾਇਓ। ਤੇ ਹੁਣ ਤੁਸੀਂ ਵੀ ਦੇਖੋ ਐ ਬੇਦੋ, ਇਹ ਨਰ ਮਨੁੱਖਾ ਤਨ ਨੂੰ ਪਾਇਆ ਹੈ। ਸ੍ਰੀ ਗੁਰ ਨਾਨਕ ਉਪਮ ਉਚਾਰੋ। ਤਾਂ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਪਮਾ ਉਚਾਰਨ ਕਰੋ। ਬਨੋ ਸਿੱਖ ਪੁਨ ਹਿਤ ਕੋ ਧਾਰੋ। ਇਉਂ ਭਾਈ ਪ੍ਰੇਮ ਧਾਰੋ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਿੱਖ ਬਣੋ। ਸੁਨ ਭਿਖੇ ਤਬ ਬਿਨੈ ਗੁਜਾਰੀ। ਤਾਂ ਇਹ ਸੁਣ ਕੇ ਭੱਟ ਭਿਖਾ ਜੀ ਨੇ ਬੇਨਤੀ ਕੀਤੀ, ਸਿੱਖ ਲਾਵੋ ਸ਼ੁਭ ਚਾਲ ਪਿਆਰੀ। ਕਿ ਮਹਾਰਾਜ ਜੀ ਫਿਰ ਸਾਨੂੰ ਸ਼ੁਭ ਚਾਲ ਜਿਹੜੀ ਹੈ, ਕਿਸ ਚਾਲ ਦੇ ਵਿੱਚ, ਸਵਈਏ 'ਚ, ਕਵਿਤਾਂ 'ਚ, ਦੋਹਰਿਆਂ 'ਚ, ਸ਼ਲੋਕਾਂ 'ਚ, ਸ਼ਬਦਾਂ 'ਚ, ਚੌਪਈ 'ਚ ਕਿਸ ਤਰ੍ਹਾਂ ਜਿਹੜੀ ਹੈ ਉਪਮਾ ਕਰੀਏ। ਆਪ ਜੀ ਮਿਹਰ ਕਰੋ ਵੀ ਸਾਨੂੰ ਸਿਖਾ ਦਿਓ। ਆਪ ਮਿਹਰ ਕਰਕੇ ਚਾਲ ਜਿਹੜੀ ਹੈ ਉਹ ਆਪ ਜਿਹੜੀ ਪਿਆਰੀ ਚਾਲ ਹੈ ਸ਼ਬਦਾਂ ਦੀ ਪਹਿਲਾਂ ਤੁਸੀਂ ਉਚਾਰ ਕਰਕੇ ਸਿਖਵਾਵੋ, ਸਾਨੂੰ ਸਿੱਖਿਆ ਦੇਵੋ। ਤਿਸੇ ਢਾਲ ਹਮ ਉਪਮਾ ਗਾਵੇ। ਉਸੇ ਹੀ ਤਰੀਕੇ ਢਾਲ ਤੇ ਫਿਰ ਅਸੀਂ ਅੱਗੇ ਮਹਾਰਾਜ ਜੀ ਉਪਮਾ ਕਰਾਂਗੇ। ਆਦ ਗੁਰੂ ਬ੍ਰਹਮ ਰੂਪ ਲਖਾਵੇ। ਜੋ ਆਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਹੈ ਉਹ ਬ੍ਰਹਮ ਰੂਪ ਜਾਣਾਂਗੇ। ਸ੍ਰੀ ਮੁਖ ਵਾਕ ਸਵਈਏ ਗਾਏ। ਤਾਂ ਹੁਣ ਜਿਹੜੇ ਪਾਠ ਕਰਦੇ ਆ
ਉਹਨਾਂ ਨੂੰ ਪਤਾ ਵੀ ਭੱਟਾਂ ਦੇ ਸਵਈਆਂ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਸਵਈਏ ਉਚਾਰੇ ਆ। ਉਹ ਪਹਿਲਾਂ ਆਉਂਦੇ ਆ, ਫਿਰ ਭੱਟਾਂ ਦੇ ਸਵਈਏ ਨਾਲ ਹੀ ਆ ਜਾਂਦੇ ਹਨ। ਤੇ ਫਿਰ ਮਹਾਰਾਜ ਨੇ ਆਪਣੇ ਸੁਭਾਏਮਾਨ ਮੁਖ ਤੋਂ ਬਚਨ ਰੂਪ ਸਵਈਆਂ ਦੇ ਵਿੱਚ ਗਾਇਨ ਕੀਤਾ। ਸੁਨਤ ਚਾਲ ਸਭ ਭੇਦ ਅਲਾਏ। ਇਹ ਚਾਲ ਸੁਣ ਲਈ ਕਿ ਇਸ ਚਾਲ ਦੇ ਮੁਤਾਬਕ ਉਪਮਾ ਕਰਨੀ ਹੈ। ਫਿਰ ਭਾਈ ਸਾਰੇ ਵੇਦਾਂ ਨੇ ਜੋ ਉਪਮਾ ਕੀਤੀ ਹੈ, ਪ੍ਰਥਮੇ ਦੁਤੀਏ ਤ੍ਰਿਤੀਏ ਗੁਰ ਕੇ, ਪਹਿਲੇ ਗੁਰੂ ਸਾਹਿਬ ਦੇ ਜਿਹੜੀ ਹੈ ਭੱਟਾਂ ਦੇ ਸਵਈਏ ਉਸਤਤੀ, ਦੂਜੇ ਸਤਿਗੁਰੂ ਪਾਤਸ਼ਾਹ ਦੇ, ਤੀਜੇ ਗੁਰੂ ਪਾਤਸ਼ਾਹ ਦੀ ਉਪਮਾ, ਚਤੁਰਥ ਪੰਚਮ ਪ੍ਰਤੱਖ ਗੁਰ ਕੇ, ਫਿਰ ਚੌਥੇ ਪਾਤਸ਼ਾਹ ਜੀ, ਫਿਰ ਪ੍ਰਤੱਖ ਸਰੂਪ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਉਪਮਾ ਦੇ ਕਰੇ ਸਵਈਏ 123, 123 ਸਵਈਏ ਉਚਾਰਨ ਕੀਤੇ। ਬ੍ਰਹਮ ਰੂਪ ਸਤਿਗੁਰ ਕੋ ਕੇ, ਜੋ ਭਾਈ ਸਤਿਗੁਰੂ ਨੂੰ ਬ੍ਰਹਮ ਰੂਪ ਜਾਣ ਕੇ ਉਸਤਤ ਕੀਤੀ ਹੈ। ਸੁਨੇ ਗੁਰੂ ਤਬ ਗ੍ਰੰਥ ਲਿਖਾਏ। ਇਉਂ ਸੁਣ ਕਰਕੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਹ ਸਵਈਏ ਭਾਈ ਗੁਰਦਾਸ ਜੀ ਤੋਂ ਲਿਖਵਾਏ। ਦੇ ਸਿੱਖਿਆ ਤਿਨ ਮੁਕਤ ਕਰਾਏ। ਉਹਨਾਂ ਨੂੰ ਸਿੱਖਿਆ ਉਪਦੇਸ਼ ਦੇ ਕੇ ਮੁਕਤ ਕੀਤਾ। ਤਾਤ ਕਾਲ ਤਬ ਚੜੇ ਬਿਬਾਨ, ਤੁਰੰਤ ਹੀ ਉਹ ਫਿਰ ਸਾਰੇ ਬਿਬਾਨਾਂ ਵਿੱਚ ਚੜ ਗਏ। ਪਹੁੰਚੇ ਨਿਜ ਬ੍ਰਹਮ ਲੋਕਹਿ ਥਾਨ, ਜੋ ਉਹਨਾਂ ਦਾ ਨਿਜ ਸਥਾਨ ਹੈ ਬ੍ਰਹਮ ਲੋਕ, ਉੱਥੇ ਜਾ ਪਹੁੰਚੇ ਹਨ। ਲਿਖੇ ਸਲੋਕ ਸੁਵਾਰ ਵਧੀਕ। ਉਸ ਤੋਂ ਬਾਅਦ ਫਿਰ ਵਾਰਾਂ ਤੇ ਵਧੀਕ ਸ਼ਲੋਕ ਜਿਹੜੇ ਆ, ਇਹਦੇ ਅਰਥ ਵਾਰਾਂ ਤੇ ਵਧੀਕ ਦੇ ਨਹੀਂ ਕਰਨੇ ਕਿ ਵਾਰਾਂ ਤੋਂ ਵਧੇ ਹੋਏ ਨਹੀਂ। ਵਾਰਾਂ ਤੇ ਵਧੀਕ ਦੇ ਅਰਥ ਹੈ ਵਾਰਾਂ ਅਤੇ ਵਧੀਕ। ਕੁਝ ਉਹ ਸ਼ਲੋਕ ਜਿਹੜੇ ਵਾਰਾਂ ਵਿੱਚ ਦਰਜ ਹੈ, ਕੁਝ ਭਾਈ ਫਿਰ ਜਿਹੜੇ ਅੱਗੇ ਵਧੀਕ ਵੱਧ ਸਨ ਸ਼ਲੋਕ ਵਾਰਾਂ ਤੋਂ, ਉਹ ਨੇ। ਇਉਂ ਸਤਿਗੁਰੂ ਪਾਤਸ਼ਾਹ ਨੇ ਉਹ ਲਿਖੇ ਹਨ। ਮੁੰਦਰਤ ਕਰੀ ਮੁਦਾਵਣੀ ਨੀਕ। ਫਿਰ ਮਹਾਰਾਜ ਨੇ ਮੁਦਾਵਣੀ ਸ਼ਬਦ ਜਿਹੜਾ ਹੈ ਉਹ ਮੁੰਦਰਤ ਕੀਤਾ। ਮੁੰਦਰਤ ਕਰਦਿਆਂ ਜਿਵੇਂ ਆਪਾਂ ਕਿਸੇ ਨੂੰ ਢੱਕ ਦਿੰਨੇ ਆ, ਮੁੰਦਰਤ ਕੀਤਾ ਹੈ। ਰਾਗ ਮਾਲ ਰਚ ਭਲੀ ਪ੍ਰਕਾਰਾ। ਇਹੋ ਮੁਦਾਵਣੀ ਸ਼ਬਦ ਤੋਂ ਬਾਅਦ ਫਿਰ ਤੇਰਾ ਕੀਤਾ ਜਾਤੋ ਨਾਹੀ, ਇਹ ਸ਼ਬਦ ਹੈ। ਇਹ ਗੁਰਮੁਖੋ ਹੁਣ ਕਈ ਇੱਥੇ ਇਉਂ ਕਹਿੰਦੇ ਆ ਵੀ ਮੁਦਾਵਣੀ ਜਿਹੜੀ ਹੈ ਕਿਸੇ ਚੀਜ਼ ਨੂੰ ਮੁੰਦ ਦੇਣਾ, ਬੰਦ ਕਰ ਦੇਣਾ। ਮੁਦਾਵਣੀ ਰੂਪ ਇਹ ਸ਼ਬਦ ਦਾ ਭਾਵ ਲੈਂਦੇ ਆ। ਮੁੰਦਰਕ ਦਾ ਭਾਵ ਵੀ ਢਕਣਾ ਹੁੰਦਾ ਹੈ ਨਾ। ਮੁਦਾਵਣੀ ਸ਼ਬਦ ਉਚਾਰਿਆ। ਹੁਣ ਇਹ ਮੰਨ ਕੇ ਚੱਲੋ ਕਿ ਕਿਸੇ ਚੀਜ਼, ਕੋਈ ਵੀ ਆ ਦੁਨਿਆਵੀ ਚੀਜ਼ ਹੈ, ਉਹਨੂੰ ਆਪਾਂ ਢੱਕਣ ਦੇਤਾ, ਦੇ ਕੇ ਉਹਨੂੰ ਰੱਖਣਾ ਦਾ ਕਿਸੇ ਆਸਰੇ ਹੈ। ਉਹਦੇ ਚਾਰੇ ਪਾਸੇ ਕੁਝ ਹੋਊਗਾ ਤਾਂ ਹੀ ਉਹ ਟਿਕੂਗਾ। ਤੇ ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਰਾਗ ਮਾਲਾ ਉਚਾਰੀ। ਜਦੋਂ ਆਪਾਂ ਬਾਣੀ ਪੜ੍ਹਦੇ ਆ, ਇੱਕ ਓੰਕਾਰ ਪਹਿਲਾਂ ਬ੍ਰਹਮ ਰੂਪ ਕਹਿ ਕੇ ਫਿਰ ਸਤਨਾਮ ਸੱਸੇ ਤੋਂ ਸ਼ੁਰੂ ਹੋ ਕੇ 18 ਹੈ 10 20 ਸੱਸੇ ਤੇ ਹੀ ਸਮਾਪਤੀ। ਤੇ ਫਿਰ ਮਹਾਰਾਜ ਨੇ ਭਾਈ ਰਾਗ ਮਾਲ ਰਚ ਭਲੀ ਪ੍ਰਕਾਰਾ, ਭਲੀ ਪ੍ਰਕਾਰ ਰਾਗ ਮਾਲਾ ਰਚੀ ਹੈ। ਲਿਖਵਾਈ ਸਤਿਗੁਰ ਸੁਖ ਸਾਰਾ। ਸੁੱਖਾਂ ਦੇ ਸਾਰ ਸਤਿਗੁਰੂ ਜੀ ਨੇ ਸਾਰੀ ਅੱਗੇ ਰਾਗ ਮਾਲਾ ਬਾਣੀ ਲਿਖਵਾਈ। ਦੋਹਰਾ ਹਰੀ ਪ੍ਰੇਮ ਸੁਨ ਤਬ ਕਹਿਓ, ਰਾਗ ਮਾਲ ਕਿਸ ਹੇਤ। ਤਾਂ ਬਾਬਾ ਪ੍ਰੇਮ ਸਿੰਘ ਬੇਦੀ
ਕਿਉਂਕਿ ਉਹਨਾਂ ਕਿਹਾ ਵੀ ਹੁਣ ਇਹ ਵੀ ਦੱਸ ਦਿਓ ਤਾਂ ਕਿ ਕੋਈ ਪੜ੍ਹੇਗਾ ਉਹਦਾ ਸ਼ੰਕਾ ਨਿਵਰਤ ਹੋਊ ਕਿ ਬਾਣੀ ਲਿਖ ਕੇ ਉਦੋਂ ਬਾਅਦ ਰਾਗਮਾਲਾ ਕਿਸ ਵਾਸਤੇ ਜੋ ਹੈ ਲਿਖੀ। ਰਚਕੈ ਲਿਖੀ ਗ੍ਰੰਥ ਮੋਹ ਸ੍ਰੀ ਸਤਿਗੁਰ ਸੁਖ ਸੇਤ। ਜੋ ਇਹ ਰਾਗਮਾਲਾ ਰਚ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਰਾਜ ਨੇ ਲਿਖੀ ਹੈ ਸ੍ਰੀ ਸਤਿਗੁਰ ਸੁਖ ਸੇਤ। ਜੋ ਸਤਿਗੁਰੂ ਸੁੱਖਾਂ ਦੇ ਸੇਤ ਰੂਪ ਪੁਲ ਰੂਪ ਹਨ। ਸੁਨ ਅਸ ਪ੍ਰਸ਼ਨ ਬਖਾਨਿਓ ਸੁਨੋ ਸੋਮ ਮਨ ਲਾਏ। ਤਾਂ ਸੁਣ ਕਰਕੇ ਐਸਾ ਪ੍ਰਸ਼ਨ ਸੰਤ ਰੇਣ ਪ੍ਰੇਮ ਸਿੰਘ ਜੀ ਕਹਿਣ ਲੱਗੇ ਵੀ ਸੋ ਤੁਸੀਂ ਭਾਈ ਹੁਣ ਆਪਣਾ ਮਨ ਲਾ ਕੇ ਵੀ ਗੱਲ ਸੁਣ ਲੋ ਕੰਨੀ। ਜਬ ਮੁਦਾਵਣੀ ਗੁਰ ਲਿਖੀ ਸ੍ਰੀ ਗੁਰਦਾਸ ਅਲਾਏ। ਜਦੋਂ ਮੁਦਾਵਣੀ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਲਿਖਵਾਇਆ ਤੇ ਭਾਈ ਗੁਰਦਾਸ ਜੀ ਨੇ ਲਿਖਿਆ ਤਾਂ ਉਸ ਉਪਰੰਤ ਭਾਈ ਗੁਰਦਾਸ ਜੀ ਨੇ ਇੱਕ ਬੇਨਤੀ ਕੀਤੀ। ਹੇ ਪ੍ਰਭ ਰਾਗ ਇਹੀ ਸਭ ਹੈ ਲਿਖੇ ਜੋ ਗ੍ਰੰਥ ਮਝਾਰ। ਕਿ ਹੇ ਪਰਮੇਸ਼ਰ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 30 ਰਾਗ ਉਦੋਂ 30 ਸਨ ਲਿਖੇ ਵੀ ਇਹੀ ਰਾਗ ਨੇ ਸਾਰੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਆ। ਹੁਣ ਕਈ ਇਸ ਤਰ੍ਹਾਂ ਹੈਗਾ ਅੱਜ ਕੱਲ ਵੀ ਉਹ ਰਾਗਮਾਲਾ ਤੇ ਜੋ ਗੁਰਮੁਖੋ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਸਰੂਪ ਲਿਖਵਾਇਆ ਨਾ ਅੱਜ ਵੀ ਕਰਤਾਰਪੁਰ ਨਗਰ ਹੈ ਉਹਦੇ ਵਿੱਚ ਰਾਗਮਾਲਾ ਉਸੇ ਤਰ੍ਹਾਂ ਲਿਖੀ ਹੋਈ ਹੈ। ਤੇ ਉਹ ਹੁਣ ਜਿਹੜੇ ਫਿਰ ਵਿੱਚ ਹੁਣ ਇਹੋ ਜਿਹਾ ਟੋਲਾ ਪੈਦਾ ਹੋ ਗਿਆ ਕਿ ਦੇਖੋ ਇਹ ਅੰਗਰੇਜ਼ਾਂ ਨੇ ਚਾਲ ਚੱਲੀ ਸੀ ਕਿ ਇਹਨਾਂ ਦੀ ਸ਼ਰਧਾ ਟੁੱਟੇ ਗੁਰੂ ਗ੍ਰੰਥ ਸਾਹਿਬ ਤੋਂ, ਇਹਨਾਂ ਦੇ ਅੰਦਰ ਸ਼ਕਤੀ ਘਟੇ ਸਿੱਖਾਂ 'ਚ। ਤਾਂ ਉਹਨਾਂ ਨੇ ਸੋਚਿਆ ਵੀ ਕਿਹੜੀ ਗੱਲ ਤੇ ਵਿਵਾਦ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਇਆ ਜਾ ਸਕਦਾ। ਤਾਂ ਫਿਰ ਉਹਨਾਂ ਰਾਗਮਾਲਾ ਤੇ ਮੋਏ ਪ੍ਰਚਾਰ ਕੀਤਾ ਪੈਸੇ ਦੇ ਕੇ। ਉਸ ਸਮੇਂ ਕੁਝ ਲੋਕਾਂ ਤੋਂ ਪ੍ਰਚਾਰ ਕਰਵਾਇਆ ਕਿ ਤੁਸੀਂ ਇਹੋ ਜਿਹਾ ਪ੍ਰਚਾਰ ਕਰੋ ਜਿਵੇਂ ਪ੍ਰੋਫੈਸਰ ਗੁਰਮੁਖ ਸਿੰਘ ਹੋਣਾ ਤੋਂ ਜਾਂ ਹੋਰ ਜਾਂ ਕੁਛ ਇਹੋ ਜਿਹੇ ਸੀ। ਫਿਰ ਪਸੌੜੀਏ ਪੈਦਾ ਹੋਏ। ਇਹ ਪ੍ਰਚਾਰ ਕਰੋ ਵੀ ਦੇਖੋ ਜਦੋਂ ਮੁਦਾਵਣੀ ਲਿਖਤੀ ਉਦੋਂ ਬਾਅਦ ਤਾਂ ਉਹ ਮੁਦਾਵਣੀ ਤਾਂ ਕਿ ਮੁੰਦਤਾ ਕੰਮ ਬੰਦ ਕਰਤਾ ਵੀ ਵੀਰੇ ਬਾਅਦ ਚ ਜਿਹੜੀ ਰਾਗਮਾਲਾ ਤਾਂ ਕਿਸੇ ਹੋਰ ਨੇ ਲਿਖੀ ਹੈ। ਤੇ ਪਹਿਲੀ ਗੱਲ ਤੇ ਮੁਦਾਵਣੀ ਸ਼ਬਦ ਤੋਂ ਬਾਅਦ ਤੇਰਾ ਕੀਤਾ ਜਾਤੋ ਨਾਹੀ ਸ਼ਬਦ ਹੈ। ਫਿਰ ਜਿਹੜਾ ਉਹ ਸਰੂਪ ਮਹਾਰਾਜ ਨੇ ਲਿਖਵਾਇਆ ਭਾਈ ਗੁਰਦਾਸ ਜੀ ਨੇ ਲਿਖਿਆ ਉਹਨੂੰ ਜਿਹੜੇ ਵਿਦਵਾਨਾਂ ਨੇ ਜਦੋਂ ਸਾਰੇ ਦਰਸ਼ਨ ਕੀਤੇ ਤਾਂ ਇਹ ਗੱਲ ਸਿੱਧ ਹੋਈ, ਸਾਰੇ ਮਾਹਰਾਂ ਨੇ ਵੀ ਸਿੱਧ ਕੀਤੀ ਕਿ ਜਿਹੜੀ ਸਿਆਹੀ ਇੱਕ ਓੰਕਾਰ ਤੋਂ ਵਰਤੀ ਜਾ ਰਹੀ ਹੈ ਉਹੀ ਸਿਆਹੀ ਨਾਲ ਰਾਗਮਾਲਾ ਲਿਖੀ ਹੋਈ ਹੈ। ਉਸੇ ਤਰ੍ਹਾਂ ਦੀ ਉਹ ਸਿਆਹੀਆਂ ਅੱਗੇ ਤੁਹਾਨੂੰ ਦੱਸਿਆ ਵੀ ਬਹੁਤ ਮਿਹਨਤ ਨਾਲ ਤਿਆਰ ਹੁੰਦੀਆਂ ਸੀ ਤੇ ਇੱਕੋ ਹੀ ਹੈ। ਫਿਰ ਨੰਬਰ 2 ਇਹ ਵੀ ਸਿੱਧ ਹੋਈ ਗੱਲ ਕਿ ਇੱਕ ਓੰਕਾਰ ਤੋਂ ਲੈ ਕੇ ਜੋ ਲਿਖਤ ਲਿਖਾਰੀ ਦੀ ਹੈ ਲਿਖਾਈ ਉਸੇ ਦੀ ਹੋਈ ਰਾਗਮਾਲਾ ਲਿਖਾਈ ਹੈ। ਕਿਉਂਕਿ ਕੁਦਰਤੀ ਹੈ ਨਾ, ਜਦੋਂ ਮਾਹਰ ਟੈਸਟ ਕਰਦੇ ਨੇ ਉਹ ਮਾੜੀ ਮਾੜੀ ਗੱਲ ਵੇਖਦੇ ਆ, ਤਾਂ ਕਰਕੇ ਜੇ ਕਿਸੇ ਹੋਰ ਦੀ ਹੁੰਦੀ ਤਾਂ ਉਹ ਸਿਆਹੀ ਜਾਂ ਲਿਖਤ ਦਾ ਜਿਹੜਾ ਰੂਪ ਲਿਖਣ ਦਾ ਢੰਗ ਉਹ ਬਦਲਦਾ। ਇਸ ਕਰਕੇ ਇਹ ਸਾਰੀ ਗੱਲ ਸਿੱਧ ਹੋਈ ਹੈ ਕਿ ਉਹ ਭਾਈ ਗੁਰਦਾਸ ਜੀਆਂ ਦੀ ਹੋਈ ਲਿਖੀ ਹੋਈ ਉਸੇ ਤਰ੍ਹਾਂ ਦੀ ਹੋਈ ਇੱਕ ਰੂਪ ਸਿਆਹੀ ਦੇ ਨਾਲ ਤੇ ਲਿਖਾਰੀ ਵੀ ਇੱਕੋ ਹੀ ਹੈ। ਫਿਰ ਹੋਰ ਜਿੰਨੇ ਹੱਥ ਲਿਖਤ ਪੁਰਾਤਨ ਬੀੜਾਂ ਉਹਨਾਂ ਦੇ ਵਿੱਚ ਵੀ ਰਾਗਮਾਲਾ ਦਰਜ ਹੈ। ਪਿੱਛੇ ਜੇ ਇੱਕ ਗਿਆਨੀ ਗੁਰਦਿੱਤ ਸਿੰਘ ਹੋਇਆ, ਉਹਨੇ ਇੱਕ ਪੁਸਤਕ ਲਿਖਤੀ। ਉਹਨੇ ਐਵੇਂ ਛਾਪਤਾ ਵੀ ਫਲਾਣੇ ਸਰੂਪ ਵਿੱਚ ਵੀ ਰਾਗਮਾਲਾ ਹੈ ਨਹੀਂ, ਦਮਦਮਾ ਮੈਂ ਗਿਆ ਉੱਥੇ ਵੀ ਹੈ ਨਹੀਂ। ਜਦੋਂ ਉਹਨੇ ਲਿਖਤੀ ਫਿਰ ਉਸ ਦੇ ਉੱਤੇ ਹੋਈ ਗੱਲ, ਉਹ ਗੁਰਮੁਖਾਂ ਨੇ ਜਿੱਥੇ ਜਿੱਥੇ ਉਹਨੇ ਲਿਖੀਆਂ ਐਵੇਂ ਫੋਟੋਆਂ ਪਾਈਆਂ ਉੱਥੇ ਜਾ ਜਾ ਕੇ ਦੱਸਿਆ ਵੀ ਜਿਹੜੇ ਸਰੂਪਾਂ ਦੀਆਂ ਤੂੰ ਫੋਟੋਆਂ ਪਾਈਆਂ ਨੇ ਉਹਨਾਂ ਵਿੱਚ ਰਾਗਮਾਲਾ ਹੈਗੀ ਆ। ਉਹਨੇ ਜਾਣ ਬੁੱਝ ਕੇ ਇਹ ਕੀਤੀਆਂ ਵੀ ਮੈਂ ਦਮਦਮਾ ਸਾਹਿਬ ਗਿਆ ਜੀ ਉੱਥੇ ਹੱਥ ਲਿਖਤ ਬੀੜ ਪਈ ਆ ਉਹਦੇ 'ਚ ਹੈ ਨਹੀਂ।
ਤੇ ਮਲੇਰਕੋਟਲੇ ਦੇ ਕੋਲੇ ਕੁਠਾਲਾ ਪਿੰਡ ਹੈ। ਇੱਥੇ ਵੀ ਪੁਰਾਤਨ ਹੱਥ ਲਿਖਤ ਸਰੂਪ ਹੈ, ਬਹੁਤ ਕੀਮਤੀ ਸ਼ਾਹੀ ਨਾਲ, ਸੋਨਾ ਇਤਿਆਦਿਕ ਪਾ ਕੇ ਤਿਆਰ ਕੀਤੀ ਸ਼ਾਹੀ ਨਾਲ ਹੈ। ਉਹ ਅਸੀਂ ਦਰਸ਼ਨ ਕੀਤੇ ਆ ਉਸ ਸਰੂਪ ਦੇ, ਤੇ ਉਹ ਉਹਨਾਂ ਦੇ ਮੁਤਾਬਕ ਐਸਾ, ਕਿਉਂਕਿ ਉਹ ਪ੍ਰਮਾਣ ਵੀ ਦਿੰਦੇ ਆ ਤੇ ਉਹ ਪ੍ਰਮਾਣ ਕੁਛ ਜਿਹੜੇ ਨੇ ਲੱਗਦੇ ਵੀ ਸਹੀ ਹੈ ਕਿ ਜੋ ਸ਼ਹੀਦਾਂ ਦੀ ਮਿਸਲ ਸੀ ਨਾ, ਸ਼ਹੀਦ ਬਾਬਾ ਦੀਪ ਸਿੰਘ ਜੀ ਦੀ, ਜਦੋਂ ਵੱਡਾ ਘੱਲੂਘਾਰਾ ਹੋਇਆ ਉਦੋਂ ਤੀਜੇ ਜਥੇਦਾਰ ਬਾਬਾ ਸੁਦਾ ਸਿੰਘ ਜੀ ਹੋਏ ਨੇ। ਤੇ ਉਹ ਬਾਬਾ ਸੁਦਾ ਸਿੰਘ ਜੀ ਅਸਲ ਵਿੱਚ ਤਾਂ ਉਹਨਾਂ ਨੂੰ ਪੁਰਾਤਨ ਲਿਖਤਾਂ ਵਿੱਚ ਦੂਜੇ ਜਥੇਦਾਰ ਹੀ ਕਿਹਾ, ਪਰ ਉਸ ਸਮੇਂ ਕਿਉਂਕਿ ਮਰਜ਼ਾਦਾ ਹੈ ਮਿਸਲਾਂ ਦੇ ਵਿੱਚ ਕਿ ਆਪਣੇ ਹੁੰਦਿਆਂ ਕਿਸੇ ਸਿੰਘ ਨੂੰ ਅੱਗੇ ਜਥੇਦਾਰੀ ਦੇ ਦੇਣੀ, ਉਹ ਭਾਵੇਂ ਥੋੜਾ ਸਮਾਂ ਹੀ ਰਹੇ ਦੂਜੇ ਜਥੇਦਾਰ। ਇਸ ਕਰਕੇ ਬਾਬਾ ਸੁਦਾ ਸਿੰਘ ਜੀ ਹੋਈ ਉਦੋਂ ਬਾਅਦ ਜ਼ਿਆਦਾ ਪ੍ਰਚਲਿਤ ਹੋਏ, ਪਰ ਸ਼ਹੀਦਾਂ ਦੀ ਮਿਸਲ ਵਾਲੇ ਜਿਹੜੇ ਨੇ ਨਿਹੰਗ ਸਿੰਘ, ਉਹਨਾਂ ਮੁਤਾਬਕ ਬਾਬਾ ਸੁਦਾ ਸਿੰਘ ਜੀ ਤੀਜੇ ਜਥੇਦਾਰ। ਉਸ ਸਮੇਂ ਵੱਡੇ ਘੱਲੂਘਾਰੇ ਦੇ ਵਿੱਚ ਇਹ ਸ਼ਹੀਦਾਂ ਦੀ ਮਿਸਲ ਵਾਲੇ ਸਿੰਘ ਜਿਹੜਾ ਹੈ ਲੜ ਰਹੇ ਸਨ, ਤੇ ਦਕੋਹੇ ਨਗਰ ਦੇ ਸੀ ਇਹ ਬਾਬਾ ਸੁਦਾ ਸਿੰਘ ਜੀ, ਜੱਟ ਪਰਿਵਾਰ ਵਿੱਚ ਪੈਦਾ ਹੋਏ। ਉਹ ਫਿਰ ਜਿਹੜਾ ਸੀ ਉਹਨਾਂ ਉੱਥੇ ਦੱਸਿਆ ਵੀ ਬਾਬਾ ਸੁਦਾ ਸਿੰਘ ਜੀ ਦੇ ਕੋਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਸਰੂਪ ਸੀ, ਤੇ ਉਹ ਫਿਰ ਇਸ ਤਰ੍ਹਾਂ ਵੀ ਅੰਦਾਜ਼ਾ ਲੱਗਦਾ ਹੈ ਕਿ ਉਹਨਾਂ ਦਾ ਆਪਦਾ ਹੈ, ਲੇਕਿਨ ਸਾਰੇ ਇਸ ਗੱਲ ਤੇ ਫਿਲਹਾਲ ਭਾਵੇਂ ਸਹਿਮਤ ਨਹੀਂ ਕਿ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਰੂਪ ਲਿਖਵਾਇਆ ਹੈ ਉਹ ਸਰੂਪ ਇਹੀ ਹੈ। ਉਹਦੇ ਵਿੱਚ ਸੁਧਾਈ ਵੀ ਹੋਈ ਵੀ ਹੈ, ਕਿਉਂਕਿ ਉਸ ਤੋਂ ਬਾਅਦ ਉਹ ਸਰੂਪ ਦੀ ਸੁਧਾਈ ਕਰਤਾਰਪੁਰ ਵਾਲੇ ਸਰੂਪ ਜੋ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਹੈ, ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਉਹਦੇ ਨਾਲ ਮਿਲਾ ਕਰਕੇ ਸੁਧਾਈ ਕੀਤੀ ਹੈ। ਉਹ ਫਿਰ ਨਾਲ ਦਿੱਤੀਆਂ ਵੀ ਹੋਈਆਂ ਟਿੱਪਣੀਆਂ। ਭਾਵ ਹੈ ਬਹੁਤ ਪੁਰਾਤਨ। ਤੇ ਇੱਕ ਭਸੌੜ ਨਗਰ ਦਾ ਤੇਜਾ ਸਿੰਘ ਹੋਇਆ, ਤੇ ਉਹਨੂੰ ਪਤਾ ਲੱਗਿਆ ਤੇ ਉਹ ਨਾ ਦਰਸ਼ਨ ਕਰਨ ਦੇ ਬਹਾਨੇ ਆ ਗਿਆ ਇੱਥੇ। ਇਹ ਜਦੋਂ ਬਾਬਾ ਸੁਦਾ ਸਿੰਘ ਜੀ ਉਹਨੇ ਜੰਗ ਕੀਤੀ, ਇੱਥੋਂ ਜੰਗ ਹੋ ਰਹੀ ਸੀ, ਇੱਕ ਪੁਰਾਤਨ ਸਾਧੂ ਦਾ ਇੱਥੇ ਡੇਰਾ ਸੀ ਕੁਠਾਲੇ ਪਿੰਡ, ਉੱਥੇ ਉਹ ਸਰੂਪ ਬਿਰਾਜਮਾਨ ਕਰਤਾ। ਤੇ ਫਿਰ ਇਹ ਸਿੰਘ ਤਾਂ ਬਹੁਤ ਸ਼ਹੀਦ ਹੋ ਗਏ ਸੀ, ਉੱਥੇ ਸੰਸਕਾਰ ਕੀਤਾ, ਸਿੰਘ ਚਲੇ ਗਏ, ਤਾਂ ਬਹੁਤ ਸਮਾਂ ਉਹ ਸਰੂਪ ਜਿਹੜਾ ਸੀ ਉਹ ਸਾਧੂ ਸੇਵਾ ਸੰਭਾਲ ਕਰਦਾ ਰਿਹਾ। ਤੇ ਕੁਦਰਤੀ ਕਿਤੇ ਉਹ ਛੱਡ ਕੇ ਚਲਿਆ ਗਿਆ ਹਰਿਦੁਆਰ ਕੰਨੀ, ਬਜ਼ੁਰਗ ਹੋ ਗਿਆ, ਉਧਰ ਚਲਿਆ ਗਿਆ, ਮੁੜ ਕੇ ਉਹਦੀ ਕੋਈ ਮੌਤ ਹੋ ਗਈ, ਮੁੜ ਕੇ ਉਹ ਆਇਆ ਨਾ। ਉਹ ਜਿਹੜਾ ਡੇਰਾ ਸੀ ਉਹ ਉਜਾੜ ਜਿਹਾ ਬਣ ਗਿਆ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਸਰੂਪ ਉੱਥੇ ਰਿਹਾ। ਤਾਂ ਉਸ ਨਗਰ ਵਿੱਚ ਉਹ ਦੱਸਣ ਵੀ ਸਾਡੇ ਨੁਕਸਾਨ ਬਹੁਤ ਹੋਇਆ ਕਰੇ। ਤੇ ਇੱਥੇ ਪੁਰਾਣਾ ਜਿੱਥੇ ਸੰਸਕਾਰ ਕੀਤਾ ਸੀ ਸਿੰਘਾਂ ਦਾ, ਉਹ ਉੱਥੇ ਥੜਾ ਜਿਹਾ ਸੀ, ਇੱਕ ਉੱਚੀ ਜਗ੍ਹਾ, ਉਹ ਆਮ ਤੌਰ ਤੇ ਬੱਕਰੀਆਂ ਚਾਰਨ ਚੂਰਨ ਵਾਲੇ ਉੱਤੇ ਬਿਠਾ ਦਿੰਦੇ ਸੀ ਜਾ ਕੇ। ਅਸਲ ਵਿੱਚ ਉਹ ਥੜਾ ਸੀ ਸ਼ਹੀਦਾਂ ਦੀ ਯਾਦ, ਜਿੱਥੇ ਸੰਸਕਾਰ ਹੋਇਆ ਸੀ, ਉੱਚੀ ਜਗ੍ਹਾ ਥੜਾ ਬਣਾ ਕੇ। ਹੁਣ ਕਿਸੇ ਨੂੰ ਪਤਾ ਹੈ ਨਹੀਂ ਸੀ, ਤਾਂ ਕੋਈ ਫਿਰ ਮਹਾਂਪੁਰਸ਼ ਆਏ ਬੰਦਗੀ ਵਾਲੇ, ਕਿਉਂ ਕੁਝ ਹੁੰਦਾ ਹੀ ਹੈ, ਕੋਈ ਨਾਮ ਜਪਣ ਵਾਲਾ ਨਾਮ ਰਸੀਆ ਸੀ, ਉਹ ਬੇਨਤੀਆਂ ਕੀਤੀਆਂ ਵੀ ਸਾਡੇ ਜੀ ਨੁਕਸਾਨ ਬਹੁਤ ਹੁੰਦਾ ਹੈ। ਉਹ ਕਹਿੰਦੇ ਭਾਈ ਤੁਹਾਡੇ ਕੋਈ ਇਸ ਤਰ੍ਹਾਂ ਦੀ ਬੇਅਦਬੀ ਹੋ ਰਹੀ ਹੈ, ਦੇਖੋ ਕਿੱਥੇ ਹੋ ਰਹੀ ਹੈ। ਫੋਲਾ ਫਰਾਲੀ ਸ਼ੁਰੂ, ਕਹਿੰਦੇ ਅਸੀਂ ਕਈ ਦਿਨ ਕਦੇ ਕੁਝ ਦੇਖਿਆ ਕਰੀਏ ਵੀ ਇਹੋ ਜੀ ਤਾਂ ਕੋਈ ਗੱਲ ਹੈ ਨਹੀਂ। ਉਹ ਕਿਸੇ ਨੇ ਕਿਹਾ ਵੀ ਉਹ ਸੰਤਾਂ ਵਾਲਾ ਜਿਹੜਾ ਡੇਰਾ ਵਾ ਉਹਨੂੰ ਦੇਖ ਲਓ ਚੈੱਕ ਕਰਕੇ, ਉਹਨੂੰ ਉੱਥੇ ਉਵੇਂ ਪਏ। ਤੇ ਜਦੋਂ ਉੱਥੇ ਗਏ, ਇਹ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੋਂ ਮਿਲਿਆ। ਤੇ ਕੋ ਦੇਖੋ ਜਲਦ ਵੀ ਉਹ ਕਹਿੰਦੇ ਥੋੜੀ ਜੀ ਬਿਰਧ ਅਵਸਥਾ ਵਿੱਚ ਹੋ ਗਈ ਸੀ, ਕਿਉਂਕਿ ਮੁੜ ਕੇ ਕਈ ਸਾਲ ਸੰਭਾਲ ਨਾ ਹੋਈ, ਸੇਵਾ ਨਾ ਹੋਈ। ਫਿਰ ਉੱਥੋਂ ਸਰੂਪ ਲਿਆ ਕਰਕੇ ਉਹ ਜੋ ਗੁਰਦੁਆਰਾ ਸ਼ਹੀਦਾਂ ਦੀ ਯਾਦ ਵਿੱਚ, ਇੱਥੇ ਵੀ ਕਿਸੇ ਨੇ ਦੱਸਿਆ ਉਹ ਜਿਹੜਾ ਕੋਈ ਇੱਕ ਬੱਕਰੀਆਂ ਬਿਠਾਉਂਦਾ ਨੁਕਸਾਨ ਬਹੁਤ ਹੋਇਆ ਕਰੇ। ਫਿਰ ਉਹਨਾਂ ਦੱਸਿਆ ਭਾਈ ਵੀ ਜਦੋਂ ਇੱਥੇ
ਸ਼ਹੀਦਾਂ ਦਾ ਸੰਸਕਾਰ ਹੋਇਆ 17 ਸ਼ਾਇਦ ਸਿੰਘਾਂ ਦਾ ਉੱਥੇ। ਇਹ ਜਿਹੜਾ ਸਥਾਨ ਉਹ ਹੈ ਗੁਰਦੁਆਰਾ ਸਾਹਿਬ ਬਣ ਗਿਆ ਤੇ ਉਹ ਪਾਵਨ ਸਰੂਪ ਉੱਥੇ ਸੁਸ਼ੋਭਿਤ ਹੋਇਆ। ਫਿਰ ਦਰਬਾਰ ਛੋਟਾ ਦਰਬਾਰ ਪੁਰਾਣਾ। ਤੇ ਜਿਹੜਾ ਤੇਜਾ ਸਿੰਘ ਪਸੌੜੀਆ ਸੀ ਇਹਨੇ ਇੱਕ ਗੱਲ ਕੋਸ਼ਿਸ਼ ਇਹ ਲੱਗਿਆ ਹੋਇਆ ਸੀ ਕਿ ਮੈਂ ਕਿਵੇਂ ਨਾ ਕਿਵੇਂ ਰਾਗ ਮਾਲਾ ਨੂੰ ਇਹ ਸਿੱਧ ਕਰਨਾ ਕਿ ਗੁਰੂ ਦੀ ਬਾਣੀ ਨਹੀਂ ਹੈ। ਤਾਂ ਇਹਨੇ ਇਹੋ ਜਿਹਾ ਕੁਝ ਲਿਖਣਾ ਸ਼ੁਰੂ ਕਰਤਾ। ਪਰ ਹੁਣ ਮਜਬੂਰੀ ਸੀ ਪੁਰਾਤਨ ਹੱਥ ਲਿਖਤ ਬੀੜਾਂ ਦੇ ਵਿੱਚ। ਹੁਣ ਕੁਝ ਬੀੜਾਂ ਤਾਂ ਜਿਹੜੀਆਂ ਉਹ ਤਖਤਾਂ ਦੇ ਉੱਤੇ ਸੀ ਜਿੱਥੇ ਉਹਦਾ ਕੋਈ ਹੱਥ ਪੱਲਾ ਪਿਆ ਨਾ। ਤੇ ਉਹਨੇ ਫਿਰ ਕੀ ਕੀਤਾ ਵੀ ਕੁਝ ਹੱਥ ਲਿਖਤ ਬੀੜਾਂ ਤਾਂ ਮੈਂ ਇਸ ਤਰ੍ਹਾਂ ਦੀਆਂ ਕਰਾਂ ਨਾ ਜਿਨ੍ਹਾਂ ਵਿੱਚ ਰਾਗਮਾਲਾ ਨਾ ਹੋਵੇ। ਤਾਂ ਉਹ ਕੀ ਕੀਤਾ ਉਸਨੇ, ਉਹ ਕਦੇ ਦਰਸ਼ਨ ਕਰਨ ਦੇ ਬਹਾਨੇ ਨਾਲ ਆ ਗਿਆ। ਤੇ ਉਦੋਂ ਹੁਣ ਤਾਂ ਭਾਵੇਂ ਬਹੁਤ ਪਹਿਰਾ ਰੱਖ ਕੇ ਦਰਸ਼ਨ ਕਰਵਾਉਂਦੇ ਆ ਸਾਰਾ ਕੁਝ। ਅਸੀਂ ਗਏ, ਅਸੀਂ ਵੀਡੀਓ ਵੀ ਬਣਾ ਕੇ ਲਿਆਂਦੀ ਸੀ ਉਹ ਪਾਵਨ ਸਰੂਪ ਦੀ। ਤੇ ਉਹਨੇ ਕੀ ਕੀਤਾ, ਉਹਨੇ ਛੇਤੀ ਦੇ ਵਿੱਚ ਜਿਵੇਂ ਜਿਹੜਾ ਚੋਰ ਹੁੰਦਾ ਹੈ ਉਹਨੇ ਫਿਰ ਕਿਉਂਕਿ ਉਹਦੇ ਮਨ ਵਿੱਚ ਇਹ ਬਹੁਤ ਮੰਦੀ ਭਾਵਨਾ ਸੀ, ਉਹਨੇ ਰਾਗਮਾਲਾ ਦਾ ਜਿਹੜਾ ਅੰਗ ਸੀ ਉਹ ਪਾੜਨਾ ਸੀ। ਕਾਲੀ ਚ 2-3 ਅੰਗਾਂ ਨੂੰ ਹੱਥ ਪੈ ਗਿਆ ਤੇ ਜਿੰਨੇ ਉਹ ਪਿੱਛੋਂ ਆਏ ਉਨੇ ਹੀ ਉਹ ਪਾੜ ਕੇ ਲੈ ਗਿਆ। ਤੇ ਮੁੜ ਕੇ ਇੱਥੋਂ ਨਿਕਲ ਗਿਆ ਜਦੋਂ ਦਰਸ਼ਨ ਕਰਕੇ। ਜਦੋਂ ਉਹਨਾਂ ਨੇ ਕਿਤੇ ਬਾਅਦ ਚ ਦੇਖਿਆ ਦੁਖਿਆ ਸਮੇਂ ਨਾਲ ਵੀ ਇਹ ਤਾਂ ਬਹੁਤ ਮਾੜੀ ਗੱਲ ਹੋਈ ਤੇ ਚਲਿਆ ਗਿਆ ਉਹ। ਪਰ ਜਿਹੜੀ ਹੁੰਦੀ ਹੈ ਗੱਲ ਪ੍ਰਗਟ ਉਹ ਮੂਹਰੇ ਆ ਹੀ ਜਾਂਦੀ ਹੈ। ਚਲੋ ਉਹ ਤਾਂ ਲੈ ਗਿਆ। ਫਿਰ ਇੱਥੇ ਜਿਹੜਾ ਸੀ ਇਹ ਸਰੂਪ ਦੇ ਫਿਰ ਇਹਨਾਂ ਨੇ ਇੱਕ ਬਹੁਤ ਚੰਗਾ ਲਿਖਾਰੀ ਲੱਭ ਕੇ ਉਹ ਤੋਂ ਕੋਸ਼ਿਸ਼ ਕੀਤੀ ਵੀ ਉਸੇ ਟਾਈਪ ਨਾਲ ਤੂੰ ਇੰਨੇ ਅੰਗ ਲਿਖ, ਕਿਉਂਕਿ ਪਿੱਛੋਂ ਤੇ ਰਾਗਮਾਲਾ ਲੈ ਗਿਆ ਪਰ ਅਸੀਂ ਉਹ ਦਰਸ਼ਨ ਕੀਤੇ ਆ ਸਰੂਪ ਦੇ, ਵੀਡੀਓ ਵੀ ਬਣਾਈ ਹੈ। ਜਿਹੜਾ ਪਹਿਲਾਂ ਤਤਕਰਾ ਹੁੰਦਾ ਹੈ, ਤਤਕਰਾ ਦਾ ਤੁਸੀਂ ਜਾਣਦੇ ਹੋ, ਪਹਿਲਾਂ ਸਾਰਾ ਵੀ ਇੰਨੇ ਅੰਗ ਤੇ ਆਹ ਸ਼ਬਦ ਇੰਨੇ ਤੇ ਆਹ ਇੱਥੋਂ ਆਹ ਰਾਗ ਸ਼ੁਰੂ ਹੁੰਦਾ ਸਾਰਾ। ਉਹਦਾ ਤਤਕਰਾ ਪਹਿਲਾਂ ਇੱਕ ਬਹੁਤ ਸੰਖੇਪ ਹੈ। ਪਹਿਲਾਂ ਤਾਂ ਮੁੱਖ ਹੈ ਵੀ ਇੰਨੇ ਅੰਗ ਤੇ ਆਹ ਰਾਗ, ਇੰਨੇ ਤੇ ਆਹ, ਇੰਨੇ ਤੇ ਆਹ, ਇੰਨੇ ਅੰਗ ਤੇ ਫਿਰ 1430 ਵੀ ਇੱਥੇ 1429 ਤੋਂ ਥੱਲੇ ਰਾਗਮਾਲਾ ਸ਼ੁਰੂ ਹੋ ਜਾਂਦੀ ਹੈ। ਫਿਰ ਜਿਹੜਾ ਹੈ ਪ੍ਰਮੁੱਖ ਹੋ ਗਿਆ, ਜਿਵੇਂ ਰਾਗਾਂ ਦੇ ਵਿੱਚ ਕੁਝ ਜਿੱਥੋਂ ਮੰਗਲ ਰੂਪ ਹੁੰਦਾ ਉਹ ਜਿਹੜਾ ਤਤਕਰਾ ਹੈ। ਉਸ ਤੋਂ ਬਾਅਦ ਫਿਰ ਉਦੋਂ ਵਿਸਥਾਰ ਵਾਲਾ 3 ਤਤਕਰੇ ਲਿਖੇ ਹੋਏ ਆ ਉਸ ਗ੍ਰੰਥ ਦੇ ਆਰੰਭ ਵਿੱਚ, ਪਾਵਨ ਸਰੂਪ ਦੇ ਆਰੰਭ। ਤੇ ਤਿੰਨਾਂ ਹੀ ਤਤਕਰਿਆਂ ਦੇ ਵਿੱਚ ਰਾਗਮਾਲਾ ਲਿਖਿਆ ਹੈ ਕਿ ਇੰਨੇ ਅੰਗ ਤੇ। ਉਹ ਹੁਣ ਮਗਰੋਂ ਤਾਂ ਪਾੜ ਕੇ ਲੈ ਗਿਆ ਪਰ ਉਹਨੇ ਇਹ ਨਹੀਂ ਦੇਖਿਆ ਮੂਹਰੇ ਤਤਕਰਿਆਂ 'ਚ ਵੀ ਲਿਖੀ ਹੋਈ ਹੈ ਕਿ ਇੰਨੇ ਅੰਗ ਤੇ ਰਾਗਮਾਲਾ, ਇੰਨੇ ਤੇ ਸੁਖਮਨੀ ਸਾਹਿਬ, ਇੰਨੇ ਤੇ ਆਹ ਬਾਣੀ ਹੈ। ਉਹ ਸਾਰਾ ਕੁਝ ਲਿਖਿਆ। ਇਸ ਕਰਕੇ ਉਹ ਰਾਗਮਾਲਾ ਦਾ ਜ਼ਿਕਰ ਤਿੰਨੇ ਦੇ ਤਿੰਨੇ ਪਹਿਲੇ ਤਤਕਰਿਆਂ ਦੇ ਵਿੱਚ ਹੈਗਾ, ਮਹਾਰਾਜ ਨੇ ਲਿਖਤ ਹੋਈ ਵੀ ਹੈ। ਫਿਰ ਇਹ ਗਏ ਵੀ ਉਹ ਪਰਿਵਾਰ ਕੋਲੇ। ਉਦੋਂ ਬਾਅਦ ਉਹਨੇ ਇਹੋ ਜਿਹਾ ਕੁਝ ਵੀ ਕੀਤਾ ਵੀ ਉਹ ਜਿਹੜੇ ਅੰਗ ਸੀ ਪਾੜ ਕੇ ਗਿਆ, ਉਹਦੀ ਕੀ ਕਿੱਥੇ ਬੇਅਦਬੀ ਕੀਤੀ। ਚਲੋ ਉਹਦੀ ਮੌਤ ਹੋ ਗਈ। ਮੌਤ ਉਹਦੀ ਬਹੁਤ ਬੁਰੇ ਹਾਲਾਤੀ ਹੋਈ ਹੈ। ਉਹਨੇ ਭਾਈ 4 ਭਾਗ ਵੀ ਛਾਪਤੇ ਸੀਗੇ ਜਿਹਦੇ ਵਿੱਚ ਉਹਨੇ ਮੰਗਲਾਂ ਦੀ ਵੀ ਫਰਕ ਪਾਤੇ ਸੀ। ਆਪਦੀ ਮਰਜ਼ੀ ਨਾਲ ਹੀ ਜਿੰਨੇ ਵੀ ਮੰਗਲ ਸੀ ਉਹ ਪਹਿਲਾਂ ਕਰਤੇ। ਜਦੋਂ ਬਾਣੀ ਪੜ੍ਹਦੇ ਆ ਕਿਤੇ ਮੰਗਲ ਰਾਗ ਤੋਂ ਪਹਿਲਾਂ ਆ ਜਾਂਦਾ, ਇੱਕ ਓੰਕਾਰ ਗੁਰਪ੍ਰਸਾਦ ਤੱਕ, ਕਿਤੇ ਪਹਿਲਾਂ ਰਾਗ ਦਾ 9 ਮਹੱਲਾ ਲਿਖ ਕੇ ਫਿਰ ਮੰਗਲ ਲਿਖਿਆ। ਉਹਨੇ ਕੀ ਕੀਤਾ, ਜਿੰਨੇ ਜਾਂ ਇੱਕ ਓੰਕਾਰ ਸਤਿਗੁਰ ਜਿਵੇਂ ਆਉਂਦਾ ਨਾ ਵੀ ਮੰਨ ਲਓ ਜਿਵੇਂ ਸੋਰਠ ਮਹੱਲਾ 5ਵਾਂ ਫੇਰ ਆਉਂਦਾ ਇੱਕ ਓੰਕਾਰ ਸਤਿਗੁਰ, ਉਹਨੇ ਸਾਰੇ ਹੀ ਮੰਗਲ ਪਹਿਲਾਂ ਕਰਤੇ। ਆਪਦੀ ਮਰਜ਼ੀ ਨਾਲ ਤਬਦੀਲੀ ਕਰਤੀ ਸੀ। ਤੇ ਉਹ ਇੱਥੇ ਵੀ ਆਪਣੇ 4 ਭਾਗ ਹੁੰਦੇ ਸੀ। ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਵੀ ਜਿੱਥੇ ਵੀ ਇਹ ਹਨ ਇਹ ਪਹੁੰਚਦੇ ਕਰੋ ਤਾਂ ਕਿ ਸੰਸਕਾਰ ਕੀਤਾ ਜਾ ਸਕੇ। ਇਹਨਾਂ ਨੂੰ ਪੜ੍ਹਨਾ ਨਹੀਂ ਹੈ, ਪ੍ਰਕਾਸ਼ ਨਹੀਂ ਕਰਨਾ। ਉਹਨੇ ਇਹ ਤਬਦੀਲੀਆਂ ਕਰਤੀਆਂ ਆਪਦੀ ਮਰਜ਼ੀ ਨਾਲ। ਤੇ ਉਦੋਂ ਬਹੁਤ ਸਾਲਾਂ ਦੀ ਗੱਲ ਹੈ ਇਹ, ਇੱਥੇ 95-96 ਦੀ ਗੱਲ ਹੈ।
ਉਹ ਆਪਣੇ ਇੱਥੇ ਚਾਰੇ ਭਾਗ ਹੁੰਦੇ ਸੀ ਗੁਰਦੁਆਰਾ ਸਾਹਿਬ। ਤੇ ਜਦੋਂ ਮੈਂ ਆਇਆ ਉਹ ਮੈਨੂੰ ਇਸ ਗੱਲ ਦਾ ਪਤਾ ਸੀ। ਜੋ ਆ ਕੇ ਉਹ ਵੇਖੇ ਪੜ੍ਹਨ ਲੱਗੇ ਤੇ ਉਹਦੇ ਵਿੱਚ ਸਾਰੀਆਂ ਤਬਦੀਲੀਆਂ। ਫਿਰ ਮੈਂ ਉਦੋਂ ਸਮੇਂ ਜਿਹੜੇ ਸੀਗੇ ਆਪਣੇ ਬਜ਼ੁਰਗ ਸੀ ਵੱਡੇ ਸਾਰੇ, ਉਹਨਾਂ ਨੂੰ ਕਿਹਾ ਵੀ ਇਹ ਤਾਂ ਜਿਹੜੀ ਹੈਗੀ ਆ ਇਹ ਠੀਕ ਨਹੀਂ ਹੈ। ਉਹ ਹੁਣ ਆਪਣੇ ਉਦੋਂ ਉਹਨਾਂ ਸਮਿਆਂ 'ਚ ਬਾਬਾ ਨਾਜਰ ਸਿੰਘ ਹੁਣੀ ਜਾਣਦੇ ਸੀ, ਉਹਨਾਂ ਨੂੰ ਪਤਾ ਸੀ ਇਸ ਗੱਲ ਦਾ। ਉਹ ਕਹਿੰਦੇ ਵੀ ਹਾਂ ਇਹ ਤੇਜਾ ਸਿੰਘ ਪਸੌੜੀਏ ਦਾ ਕੰਮ ਹੈ ਵੀ ਹੁਣ ਆਪਾਂ ਉਹ ਚਲੋ ਬਜ਼ੁਰਗਾਂ ਰੱਖੀ ਰੱਖੇ। ਮੈਂ ਹੁਕਮਨਾਮਾ ਜਾਰੀ ਹੋਇਆ ਹੈ ਤਾਂ ਫਿਰ ਆਪਾਂ ਹੁਣ ਐਵੇਂ ਕੱਲ ਨੂੰ ਕੋਈ ਪੜੂਗਾ ਜਾਂ ਕਿਸੇ ਨੇ ਪੱਗ ਵੀ ਤਾਂ ਪੁਰਾਣੀਆਂ ਪੋਥੀਆਂ ਤਾਂ ਜੀ ਆਏ ਆ ਹੁਣ ਗੁਰੂ ਗ੍ਰੰਥ ਸਾਹਿਬ ਬਦਲਿਆ ਕੁਛ ਕਰਤਾ। ਫਿਰ ਉਹ ਇੱਥੋਂ ਲਿਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਦੇ ਆਏ ਸੀ। ਉਹਦੇ ਵਿੱਚ ਤਬਦੀਲੀ ਬਹੁਤ ਕੀਤੀ, ਰਾਗਮਾਲਾ ਵਿੱਚੋਂ ਕੱਢੀ ਸੀ ਉਹਨੇ। ਤੇਜਾ ਸਿੰਘ ਪਸੌੜੀਏ ਨੇ ਤਾਂ ਇੱਥੇ ਤੱਕ ਕੰਮ ਕੀਤਾ ਕਿ ਇੱਕ ਸਰੂਪ ਕਿਸੇ ਤੋਂ ਹੱਥੀ ਲਿਖਵਾ ਲਿਆ ਰਾਗਮਾਲਾ ਤੋਂ ਬਿਨਾਂ। ਤੇ ਉਹ ਲਿਖਵਾ ਕੇ ਕੀ ਕੀਤਾ ਉਹਨੇ ਕਿ ਇਉਂ ਲੱਗੇ ਵੀ ਇਹ ਬਹੁਤ ਪੁਰਾਤਨ ਹੈ, ਇਹਦੇ ਅੰਗਾਂ ਪੱਤਰਿਆਂ ਤੇ ਪੀਲਕ ਜੀ ਪੈ ਜੇ, ਹੋਰ ਐਂ ਲੱਗੇ ਵੀ ਬੜਾ ਪੁਰਾਣਾ ਸਰੂਪ ਹੈ ਕੋਈ ਪੁਰਾਤਨ। ਤੇ ਉੱਥੇ ਉਹ ਦੱਸਦੇ ਪਸੌੜ ਨਗਰ ਦੇ ਕਿ ਉਹਨੇ ਤੂੜੀ 'ਚ ਦੱਬਤਾ, ਉੱਤੇ ਪਾਣੀ ਪਾ ਦਿਆ ਕਰੇ। ਇਹ ਤੂੜੀ ਦੇ ਇੱਕ ਤਾਂ ਸਲਾਬ ਜੀ, ਇੱਕ ਉਹਦਾ ਰੰਗ ਜਿਹਾ ਵਿੱਚ। ਤੇ ਜਦੋਂ ਉੱਥੇ ਫਿਰ ਪਤਾ ਲੱਗਿਆ ਉਹ ਸਰੂਪ ਤੂੜੀ ਦੇ ਵਿੱਚੋਂ ਤੇਜਾ ਸਿੰਘ ਪਸੌੜੀਏ ਦਾ ਰੱਖਿਆ ਹੋਇਆ ਕਢਾਇਆ ਸੀ। ਇਹੋ ਜਿਹਾ ਉਹਨੇ ਪਾਪ ਕੀਤਾ, ਫਿਰ ਉਹ ਮੌਤ ਹੋ ਗਈ। ਉਹਦਾ ਜਿਹੜਾ ਪਰਿਵਾਰ ਸੀ ਫਿਰ ਉਹਨਾਂ ਨੂੰ ਮਹਿਸੂਸ ਹੋਇਆ ਵੀ ਇਹ ਸਾਡੇ ਬਜ਼ੁਰਗ ਨੇ ਮਾੜਾ ਕੀਤਾ ਕੰਮ। ਤਾਂ ਉਹ ਇੱਥੋਂ ਜਦੋਂ ਸਿੰਘ ਗਏ ਹੋਰ ਜੇ ਉਹ ਅੰਗ ਹੈਗੇ ਆ ਸਾਨੂੰ ਦੇ ਦਿਓ। ਉਹ ਕਹਿੰਦੇ ਜੀ ਬਈ ਹੈ ਨਹੀਂ, ਹੁਣ ਅਸੀਂ ਕੋਸ਼ਿਸ਼ ਬਹੁਤ ਕੀਤੀ ਹੈ, ਜਿਹੜੀ ਗੱਲ ਸਾਡੇ ਬਜ਼ੁਰਗ ਨੇ ਕੀਤੀ ਬਹੁਤ ਮਾੜੀ, ਵੀ ਅਸੀਂ ਇਹਦੀ ਹੁਣ ਭਰਪਾਈ ਤਾਂ ਅਸੀਂ ਨਹੀਂ ਕਰ ਸਕਦੇ, ਅਸੀਂ ਤਾਂ ਮਾਫੀ ਮੰਗ ਸਕਦੇ ਹਾਂ। ਉਹ ਆਏ ਵੀ ਇੱਥੇ ਵੀ ਜੇ ਸਾਨੂੰ ਉਹ ਅੰਗ ਮਿਲ ਗਏ ਕਿਤੋਂ ਨਾ ਕਿਤੋਂ ਅਸੀਂ ਜ਼ਰੂਰ ਪਹੁੰਚਦੇ ਕਰਾਂਗੇ। ਪਰ ਉਹ ਲੱਗਦਾ ਹੈ ਕਿ ਉਹਨਾਂ ਸਮੇਂ 'ਚ ਉਹਨੇ ਜਾਂ ਤਾਂ ਸੰਸਕਾਰ ਤੇ ਜਾਂ ਕੁਛ ਇਹੋ ਜਿਹਾ ਕੁਛ ਕਰਤਾ। ਕਹਿਣ ਦਾ ਭਾਵ ਹੈ ਕਿ ਪ੍ਰਾਤਨ ਹੱਥ ਲਿਖਤ ਸਰੂਪਾਂ ਦੇ ਵਿੱਚ ਸਾਰਿਆਂ 'ਚ ਹੀ ਰਾਗਮਾਲਾ ਹੈ। ਇਹ ਜਿਹੜੇ ਕੁਛ ਪੇਸ਼ ਕਰਦੇ ਆ ਵੀ ਆਹ ਦੇਖੋ ਜੀ ਪ੍ਰਾਤਨ ਸਰੂਪ ਵਿੱਚ ਰਾਗਮਾਲਾ ਹੈ ਨਹੀਂ, ਇਹ ਇਹਨਾਂ ਨੇ ਇਉਂ ਜਾਣ ਬੁੱਝ ਕੇ ਤਿਆਰ ਲਿਖਵਾ ਕੇ ਸਰੂਪ ਇਹੋ ਜਿਹਾ ਕੁਛ ਕੀਤਾ, ਤੂੜੀਆਂ 'ਚ ਦਬ ਉੱਤੇ ਪਾਣੀ ਪਾ ਕੇ। ਹੈਰਾਨੀ ਹੁੰਦੀ ਆ, ਆਪਾਂ ਹੁਣ ਕਹਿੰਦੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਹੁੰਦੀ। ਇਹ ਜਿਹੜੇ ਇਹੋ ਜਿਹੇ ਲੋਕ ਸੀ ਇਹਨਾਂ ਨੇ ਪਹਿਲਾਂ ਵੀ ਬੇਅਦਬੀਆਂ ਕੀਤੀਆਂ, ਉਦੋਂ ਹੱਥ ਲਿਖਤ ਸਰੂਪ ਹੀ ਹੁੰਦੇ ਸੀ ਤੇ ਉਹਨਾਂ ਨੂੰ ਫਿਰ ਉਹੇ ਜਿਹੇ ਬਣਾਇਆ ਕਿ ਇਹ ਪ੍ਰਾਤਨ ਸਰੂਪ ਹੈ। ਇਹੋ ਜਿਹਾ ਚੱਲਿਆ। ਫਿਰ ਜਗ੍ਹਾ ਜਗ੍ਹਾ ਤੇ ਰਾਗਮਾਲਾ ਤੋਂ ਬਿਨਾਂ ਉਹ ਸਰੂਪ ਦਿੱਤੇ। ਫਿਰ ਰੌਲਾ ਪਿਆ ਤਾਂ ਫਿਰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਜਦੋਂ ਪ੍ਰੈਸਾਂ 'ਚ ਆ ਗਿਆ ਕੰਮ ਕਿ ਕੋਈ ਵੀ ਰਾਗਮਾਲਾ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਛਾਪੇਗਾ। ਇਹ ਜਿਹੜਾ ਹੈ ਗੱਲ ਰਾਗਮਾਲਾ ਤੇ ਆਈ। ਕਵੀਰਾਜ ਭਾਈ ਸੰਤੋਖ ਸਿੰਘ ਜੀ ਦੇ ਇਹ ਪ੍ਰਮਾਣ ਦੇ ਦਿੰਦੇ ਆ ਕਿ ਉਹਨਾਂ ਨੇ ਲਿਖਿਆ ਰਾਗਮਾਲਾ ਗੁਰੂ ਦੀ ਬਾਣੀ ਨਹੀਂ। ਉਹਨਾਂ ਨੇ ਬਿਲਕੁਲ ਆਪਣੇ ਵੱਲੋਂ ਨਹੀਂ ਇਹ ਗੱਲ ਕਹੀ। ਉਹਨਾਂ ਨੇ ਸਿਰਫ ਆਪਾਂ ਕਥਾ ਜਦੋਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕੀਤੀ ਹੈ, ਜਦੋਂ ਇਹ ਆਈ ਸੀ ਕਥਾ ਤਾਂ ਉਹਦੇ ਵਿੱਚ ਉਹਨਾਂ ਸਿਰਫ ਇਹ ਸਪਸ਼ਟ ਕੀਤਾ ਕਿ ਕੁਝ ਲੋਕ ਇਹ ਕਹਿ ਰਹੇ ਨੇ ਕਿ ਰਾਗਮਾਲਾ ਬਾਣੀ ਨਹੀਂ। ਹੁਣ ਉਹਨਾਂ ਜਿਹੜੇ ਹੁਣ ਇਹ ਕੁਤਰਕੀ ਨੇ ਇਹਨਾਂ ਨੇ ਟੋਕ ਵਿੱਚੋਂ ਕੱਢ ਕੇ ਉਹਦਾ ਸੰਤੋਖ ਸਿੰਘ ਨੂੰ ਗਾਲਾਂ ਕੱਢੀ ਜਾਂਦੇ ਆ ਜੀ ਉਹਨੇ ਐਂ ਲਿਖਤਾ। ਉਹ ਤੋਕ ਨੂੰ ਬੜਾ ਪ੍ਰਮਾਣ ਦੇਣਗੇ। ਭਾਈ ਸੰਤੋਖ ਸਿੰਘ ਨੇ ਲਿਖਿਆ ਜੀ ਰਾਗਮਾਲਾ ਬਾਣੀ, ਇੱਕ ਤੋਕ ਵਿੱਚੋਂ ਲੈ ਦੀ। ਉਹਨੂੰ ਜੇ ਸਾਰਾ ਤੁਸੀਂ ਪੜ੍ਹੋ ਭਾਈ ਸੰਤੋਖ ਸਿੰਘ ਜੀ ਦਾ ਤਾਂ ਬਕਾਇਦਾ ਉਹਨਾਂ ਨੇ ਕਿਹਾ ਵੀ ਰਾਗਮਾਲਾ ਗੁਰੂ ਮਹਾਰਾਜ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਈ ਹੈ, ਉਚਾਰਨ ਕੀਤੀ ਹੈ, ਬਾਣੀ ਮੰਨੀ। ਉਹ ਜਿੱਥੇ ਉਹਨਾਂ ਲਿਖਿਆ ਕਿ ਰਾਗਮਾਲਾ ਗੁਰ ਕੀ ਬਾਣੀ ਨਾ ਹੈ, ਉਹ ਸਿਰਫ ਇਹ ਦੱਸਿਆ ਕਿ ਕੁਝ ਲੋਕ ਇਹ ਕਹਿ ਰਹੇ ਨੇ ਕਿ ਰਾਗਮਾਲਾ ਗੁਰੂ ਦੀ ਬਾਣੀ ਨਹੀਂ। ਲੇਕਿਨ ਇਹ ਹੁਣ ਦੇਖੋ ਕਿੰਨੇ ਪ੍ਰਾਤਨ ਗ੍ਰੰਥ ਹੈ ਜਿਨ੍ਹਾਂ ਦੇ ਵਿੱਚ ਇਹ ਰਾਗਮਾਲਾ ਬਾਰੇ ਚੱਲਿਆ ਕਿ ਇਹ ਕਿਸ ਤਰ੍ਹਾਂ ਹਰੀ ਪ੍ਰੇਮ ਸੁਨ ਤਬ ਕਹਿਓ,
ਬਾਬਾ ਪ੍ਰੇਮ ਸਿੰਘ ਬੇਦੀ ਸੁਣ ਕੇ ਕਹਿੰਦੇ ਹਨ, ਰਾਗ ਮਾਲ ਕਿਸ ਹੇਤ, ਕਿ ਜੋ ਰਾਗ ਮਾਲਾ ਉਹ ਕਿਸ ਹੇਤ ਵਾਸਤੇ, ਰਚ ਕੈ ਲਿਖੀ ਗ੍ਰੰਥ ਮੋਹ, ਸ੍ਰੀ ਸਤਿਗੁਰ ਸੁਖ ਸੇਤ, ਕਿ ਸ੍ਰੀ ਸਤਿਗੁਰੂ ਸੁੱਖਾਂ ਦੇ ਪੁਲ ਮਹਾਰਾਜ ਜੀ ਨੇ ਜੋ ਰਚ ਕੇ ਗ੍ਰੰਥ ਦੇ ਵਿੱਚ ਲਿਖੀ, ਕਿਸ ਹੇਤ ਵਾਸਤੇ, ਇਹਦਾ ਭਾਵ ਕੀ ਹੈ। ਸੁਨ ਅਸ ਪ੍ਰਸ਼ਨ ਬਖਾਨਿਓ, ਸੁਨੋ ਸ਼੍ਰਵਣ ਮਨ ਲਾਏ। ਤਾਂ ਸੁਣ ਕਰਕੇ ਐਸਾ ਪ੍ਰਸ਼ਨ ਸੰਤ ਰੇਣ ਪ੍ਰੇਮ ਸਿੰਘ ਜੀ ਕਹਿਣ ਲੱਗੇ ਕਿ ਸੁਣੋ ਕੰਨੀ, ਇਹ ਗੱਲ ਮਨ ਲਾ ਕੇ ਸੁਣੋ। ਜਬ ਮੁਦਾਵਣੀ ਗੁਰ ਲਿਖੀ, ਸ੍ਰੀ ਗੁਰਦਾਸ ਅਲਾਏ। ਜਦੋਂ ਮੁਦਾਵਣੀ ਗੁਰੂ ਮਹਾਰਾਜ ਨੇ ਸ਼ਬਦ ਲਿਖਿਆ ਤਾਂ ਭਾਈ ਗੁਰਦਾਸ ਜੀ ਨੇ ਇਹ ਲਿਖ ਕਰਕੇ ਬੇਨਤੀ ਕੀਤੀ, ਹੇ ਪ੍ਰਭ ਰਾਗ ਇਹੀ ਸਭ ਹੈ, ਲਿਖੇ ਜੋ ਗ੍ਰੰਥ ਮਝਾਰ। ਹੇ ਪਰਮੇਸ਼ਰ ਸਤਿਗੁਰੂ ਜੀ, ਕਿ ਇਹੀ ਸਾਰੇ ਰਾਗ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹਨ। ਕਹਿ ਅਪਰੋ ਭੀ ਅਹੈ ਕੋ ਸਮਝਾਵੋ ਸੁਖ ਸਾਰ। ਕਹਿ ਅਪਰੋ ਭੀ ਅਹੈ ਕੋ, ਕਿ ਹੋਰ ਵੀ ਇਸ ਤੋਂ ਬਿਨਾਂ ਰਾਗ ਹਨ। ਹੇ ਗੁਰੂ ਪਾਤਸ਼ਾਹ ਜੀ, ਸੁੱਖਾਂ ਦੇ ਸਾਰ ਸਤਿਗੁਰੂ ਜੀ ਸਮਝਾਉਣਾ ਕਰੋ। ਸੁਣ ਕਰ ਸ੍ਰੀ ਸਮਰੱਥ ਗੁਰ ਕਹਿਓ ਭਾਈ ਸਮਝਾਏ। ਸੁਣ ਕਰਕੇ ਸਮਰੱਥ ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਸਮਝਾਉਂਦਿਆਂ ਹੋਇਆਂ ਬਚਨ ਕਹੇ, ਚਤਰ ਦਸੋ ਵਿਦਿਆ ਵਿਖੇ, ਇੱਕ ਸੰਗੀਤ ਲੇਹੁ ਪਾਏ। ਕਹਿੰਦੇ ਚਤਰ ਦਸੋ, ਚਾਰੇ ਦਿਸ਼ਾਵਾਂ ਦੀ ਵਿਦਿਆ ਦੇ ਵਿੱਚ ਇੱਕ ਸੰਗੀਤ ਵੀ ਵਿਦਿਆ ਹੈ, ਇਹ ਵੀ ਜਾਣ ਲੈ। ਇਸ ਮਹਿ ਮਤ ਦੋਨੋਂ ਲਖੋਂ, ਹਨਵੰਤ ਭੈਰੋਂ ਜਾਨ। ਇਹਦੇ ਵਿੱਚ ਕਹਿੰਦੇ ਦੋਵੇਂ ਮਤ ਮਹਾਰਾਜ ਕਹਿੰਦੇ ਭਾਈ ਅਸੀਂ ਤੈਨੂੰ ਦਿਖਾਉਂਦੇ ਹਾਂ, ਲਿਖਾਉਂਦੇ ਹਾਂ, ਜਣਾਉਂਦੇ ਹਾਂ। ਹਨੂਵੰਤ ਤੇ ਭੈਰੋਂ, ਜਿਹੜਾ ਹਨਵੰਤ ਔਰ ਭੈਰੋਂ, ਇਹ ਵੀ ਜਾਣ ਲੈ। ਸ੍ਰੀ ਰਾਗ ਪ੍ਰਥਮਹਿ ਗਿਨੈ, ਸੋ ਹਨਵੰਤ ਪਛਾਨ। ਜੋ ਸ੍ਰੀ ਰਾਗ ਹੈ ਉਹ ਸਾਰਿਆਂ ਨੂੰ ਪਹਿਲਾਂ ਪ੍ਰਥਮ ਗਿਣਿਆ, ਉਹ ਹਨਵੰਤ ਜਾਣ ਲੈ, ਹਨਵੰਤ ਪਛਾਣ ਲੈ। ਇੱਥੇ ਇਹ ਰਾਗਾਂ ਦੇ ਨਾਂ ਹੈ, ਇਹ ਹਨੂਮਾਨ ਜਾਂ ਭੈਰੂ ਉਹ ਨਾ ਗਿਣ ਲਿਓ। ਇਹ ਮਹਾਰਾਜ ਕਹਿੰਦੇ ਹਨਵੰਤ ਜਾਣ ਲੈ। ਸੋ ਪ੍ਰਮਾਨ ਗੁਰ ਆਦ ਕੀਏ, ਪ੍ਰਥਮੈ ਹਮ ਲਿਖ ਦੀਨ। ਜੋ ਪ੍ਰਮਾਣ ਨੇ ਗੁਰ ਆਦ ਪਹਿਲਾਂ, ਸੰਤ ਰੇਣ ਜੀ ਕਹਿੰਦੇ ਭਾਈ ਉਹ ਅਸੀਂ ਪਹਿਲਾਂ ਹੀ ਇਹ ਸਾਰੇ ਕਿ ਰਾਗ ਕਿਹੜੇ ਕਿਹੜੇ ਉਹ ਲਿਖ ਦਿੱਤੇ। ਦੁਤੀਏ ਮਤ ਭੈਰਵ ਵਿਖੇ, ਭੈਰਵ ਪ੍ਰਥਮੋ ਚੀਨ। ਤਾਂ ਦੂਜੇ ਮਤ ਦੇ ਵਿੱਚ, ਭੈਰਵ ਦੇ ਵਿੱਚ, ਉਹ ਕਹਿੰਦੇ ਵੀ ਜਿਹੜਾ ਰਾਗ ਭੈਰੋਂ ਹੈ ਉਹ ਮੁੱਖ ਹੈ। ਹੁਣ ਇਹੀ ਸਵਾਲ ਇਹ ਕਰਦੇ ਨੇ ਵੀ ਰਾਗਮਾਲਾ ਵਿੱਚ ਭੈਰੋਂ ਰਾਗ ਪਹਿਲਾਂ ਲਿਖਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ੍ਰੀ ਰਾਗ ਪਹਿਲਾਂ ਲਿਖਿਆ। ਇਹ ਕਹਿੰਦੇ ਦੋ ਮਤ ਨੇ, ਇੱਕ ਹਨਵੰਤ ਇੱਕ ਭੈਰੋਂ। ਜਿਹੜਾ ਸ੍ਰੀ ਰਾਗ ਪ੍ਰਥਮੇ ਗਿਣਦੇ ਨੇ ਉਹ ਹਨਵੰਤ ਜਾਣ ਲੋ ਮਤ ਵਾਲੇ। ਜਿਹੜੇ ਭਾਈ ਭੈਰੋਂ ਲਿਖ ਨੂੰ ਪਹਿਲਾਂ ਗਿਣਦੇ ਆ ਉਹ ਭੈਰਵ ਪ੍ਰਥਮ ਦੁਤੀਏ, ਜਿਹੜੇ ਭੈਰਵ ਮਤ ਵਾਲੇ ਆ ਭੈਰਵ ਪ੍ਰਥਮ ਚੀਨ, ਉਹ ਕਹਿੰਦੇ ਨੇ ਭੈਰਵ ਰਾਗ ਪਹਿਲਾ ਹੈ। ਸੋ ਭੀ ਲਿਖਿਓ ਮਦ ਮੋਹ, ਪ੍ਰੰਚ ਬੂਝਿਓ ਤੋਹੇ। ਉਹ ਵੀ ਭਾਈ ਗੁਰਦਾਸ ਜੀ ਅਸੀਂ ਮੱਧ ਵਿੱਚ ਲਿਖ ਦਿੱਤਾ ਹੈ ਭੈਰੋਂ ਰਾਗ ਭੈਰਵ। ਪ੍ਰੰਚ ਬੂਝਿਓ, ਪਰ ਜੋ ਤੁਸੀਂ ਸਾਨੂੰ ਪੁੱਛਿਆ ਹੈ। ਕ੍ਰਮ ਸੋ ਸੁਨੀਏ ਰਾਗ ਅਬ, ਮਾਲਾ ਲੀਜੈ ਜੋਏ। ਉਹ ਹੁਣ ਕਰਮਵਾਰ ਸੁਣ ਲੈ, ਜਿਹੜੇ ਰਾਗ ਨੇ, ਜਿਹੜੇ ਰਾਗ ਮਾਲਾ ਦੇ ਵਿੱਚ ਲਿਖੇ ਹਨ ਉਹ ਵੀ ਜਾਣ ਲੈ। ਅਸ ਕਹਿ ਰਾਗਹਿ ਏਕ ਸੰਗ, ਪੰਚ ਬਰੰਗਨ ਗਾਏ। ਕਹਿੰਦੇ ਇਸ ਤਰ੍ਹਾਂ ਜਿਹੜਾ ਰਾਗ ਇੱਕ ਰਾਗ ਹੈ
ਤੇ ਉਸ ਰਾਗ ਦੀਆਂ ਪੰਜ ਬਰੰਗਨ ਨੇ। ਜਿਵੇਂ ਪਤਨੀ ਰੂਪ ਹੋ ਗਏ, ਇਸ ਤਰ੍ਹਾਂ ਰਾਗ ਏਕ ਸੰਗ ਪੰਜ ਬਰੰਗਨ। ਇਹ ਨਾਲ ਉਹਨਾਂ ਦੇ ਪੰਜ ਪੰਜ ਬਰੰਗਨ ਜਿਹੜਾ ਹੈ ਰਾਗਣੀ ਰੂਪ ਹੈ। ਇਹ ਗਾਇਨ ਕੀਤਾ ਖਾਸਟ ਰਾਗ ਸੁਤ 8 ਦਸੋ ਔ 10 20 ਅਲਾਏ। ਫਿਰ ਇਸ ਤਰ੍ਹਾਂ 6 ਰਾਗਾਂ ਦੇ ਇਹਦੇ ਵਿੱਚ, ਜਿਵੇਂ ਇੱਕ ਰਾਗ ਦੇ ਨਾਲ ਪੰਜ ਬਰੰਗਨ ਹੋ ਗਈਆਂ, 6 ਰਾਗ ਨੇ ਤੇ 6 ਰਾਗਾਂ ਦੇ ਨਾਲ ਫਿਰ ਸੁੱਤ 8 ਦਸੋ, 8 ਤੇ 10 18। ਅੱਗੇ ਇਹਨਾਂ ਦੇ ਪੁੱਤਰ ਹੋ ਗਏ ਔ 10 20। ਇਸ ਤਰ੍ਹਾਂ ਭਾਈ ਜਿਹੜਾ ਹੈ ਔਰ 10 ਤੇ 20 ਅਲਾਏ, ਹੋਰ ਕਹਿੰਦੇ 10 20। ਖਾਸਟ ਰਾਗ ਉਨ ਗਾਏ ਸੰਗ ਰਾਗਨੀ 30। ਸਭ ਹੈ ਪੁੱਤਰ ਰਾਗਨ ਕੇ 18 ਹੈ 10 20। 10 ਤੇ 20 30, 30 ਤੇ 18 48 ਹੋ ਗਏ ਨਾ। ਇਸ ਤਰ੍ਹਾਂ ਫਿਰ 6 ਰਾਗ, ਅੱਗੇ 5 5 ਨਾਲ 30 ਉਹ ਹੋ ਗਏ ਰਾਗਣੀਆਂ, 6 36। ਇਹ ਗਿਣਤੀ ਹੈ ਖਾਸਟ ਰਾਗ ਸੁੱਤ 8 ਦਸੋ ਔ 10 20 ਅਲਾਏ। ਇਹਨੇ 6 ਰਾਗਾਂ ਦੇ ਅੱਗੇ 18 ਪੁੱਤਰ ਤੇ 30 ਹੋਰ, 10 ਤੇ 20 ਭਾਵ। ਖਾਸਟ ਰਾਗ ਉਨ ਗਾਏ ਸੰਗ ਰਾਗਨੀ 30। ਸਭ ਹੈ ਪੁੱਤਰ ਰਾਗਨ ਕੇ 18 ਹੈ 10 20। ਇਹ ਅਲਾਏ ਇਹ ਕਹੇ ਹਨ 84 ਕਾ ਜੋੜ ਕਰ ਪੁਨ ਕ੍ਰਮ ਉਪ ਸਿੰਗਾਰ। ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹ ਸਾਰੇ ਕਿੰਨੇ ਬਣ ਗਏ ਜੀ? ਜੋੜ ਲਾ ਲਿਓ, 84 ਬਣਦੇ ਆ ਨਾ। 6 ਰਾਗ ਤੇ 6 ਰਾਗਾਂ ਦੇ ਅੱਗੇ 5 5 ਰਾਗਣੀਆਂ, 30 ਰਾਗਣੀਆਂ ਹੋ ਗਈਆਂ, 36 ਹੋ ਗਏ ਨਾ। ਤੇ ਜਿਹੜੇ 8 ਦਸੋ ਔਰ 10 20 ਭਾਵ 48। 8 ਦਸੋ, 8 ਤੇ 10 18 ਔ 10 20 ਅਲਾਏ। 10 ਔਰ 20 ਭਾਵ 30 ਹੋਰ ਕਹੇ 48 ਬਣ ਗਏ। ਗਿਣਤੀ ਮੈਨੂੰ ਘੱਟ ਆਉਂਦੀ ਹੈ ਜੋੜ ਜਾ, ਹੁਣ 36 ਤੇ 48 84 ਹੀ ਬਣੇ। ਤੇ ਇੱਥੇ ਹੁਣ ਇਹ ਗਿਣਤੀ ਹੈ। ਤੇ ਉਹ ਆਪਾਂ ਜਦੋਂ ਪੜ੍ਹਦੇ ਆ ਮਹਾਰਾਜ ਦੀ ਬਾਣੀ ਸਮਾਪਤੀ ਤੇ ਸਾਰੇ ਫਿਰ ਆਪਾਂ ਪੜ੍ਹਦੇ ਆ ਨਾ 18 ਹੈ 10 20। ਤੇ ਇਉਂ 84 ਕਾ ਜੋੜ ਕਰ। ਸੰਤ ਰੇਣ ਜੀ ਕਹਿੰਦੇ ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਕਿਹਾ, ਹੇ ਭਾਈ ਗੁਰਦਾਸ, ਇਹ 84 ਦਾ ਜੋੜ ਕਰਕੇ ਪੁਨ ਕ੍ਰਮ ਉਪ ਸ਼ਿੰਗਾਰ। ਫੇਰ ਜਿਹੜਾ ਕਰਮਵਾਰ ਉਪ ਸ਼ਿੰਗਾਰ, ਉਪ ਸ਼ਿੰਗਾਰ ਜਿਹੜਾ ਹੈ ਇਹਦਾ ਭਾਵ ਹੈ ਜਿਵੇਂ ਕਰਮਵਾਰ ਕਹਿੰਦੇ ਜਦੋਂ ਮਜ਼ਮੂਨ ਕੋਈ ਸ਼ੁਰੂ ਕਰਨਾ ਹੁੰਦਾ ਉਹਨੂੰ ਉਪਕਰਮ ਕਹਿੰਦੇ, ਤੇ ਜਦੋਂ ਕੋਈ ਮਜ਼ਮੂਨ ਸਮਾਪਤ ਕਰਨਾ ਹੈ ਉਹਨੂੰ ਉਪ ਸ਼ਿੰਗਾਰ ਕਹਿੰਦੇ ਨੇ। ਇਹ ਜਾਣਨਾ ਕਿ ਜਦੋਂ ਕੋਈ ਵੀ ਸ਼ੁਰੂਆਤ ਕਰਦੇ ਹਾਂ ਕਿਸੇ ਮਜ਼ਮੂਨ ਦੀ, ਤਾਂ ਜਿਵੇਂ ਹੁਣ ਆਪਾਂ ਕੋਈ ਵੀ ਪ੍ਰਸੰਗ, ਕੋਈ ਕਥਾਵਾਚਕ ਹੈ, ਕੀਰਤਨੀ ਹੈ, ਸ਼ੁਰੂਆਤ ਕਰਦਾ ਫਤਿਹ ਬੁਲਾ ਕੇ ਕਰਦੇ, ਤੇ ਉਦੋਂ ਵੀ ਵਾਹਵਾ ਨਾਲ ਹੀ ਹੋਇਆ ਵਾਹਿਗੁਰੂ ਕਹਿ ਕੇ। ਤੇ ਜਦੋਂ ਸਮਾਪਤੀ ਹੋਣੀ ਹੈ ਫਿਰ ਵੀ ਫਤਿਹ ਬੁਲਾ ਕੇ ਵਾਹਿਗੁਰੂ ਜੀ। ਜਿਹੜਾ ਕੋਈ ਸ਼ੁਰੂਆਤ ਮਜ਼ਮੂਨ ਦੇ ਮੌਕੇ, ਸ਼ੁਰੂ ਕਰਨ ਮੌਕੇ ਕੋਈ ਸ਼ਬਦ, ਉਹਨੂੰ ਉਪਕਰਮ ਸ਼ਬਦ ਕਹੇ, ਉਪਕਰਮ ਕਰਨਾ ਕਹਿੰਦੇ ਆ। ਤੇ ਜਦੋਂ ਸਮਾਪਤ ਕਰਨਾ ਹੈ ਉਹਨੂੰ ਕਿਹਾ ਜਾਂਦਾ ਉਪ ਸ਼ਿੰਗਾਰ। ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਵੀ ਦੇਖੋ, ਇਹ ਜਿਹੜਾ ਹੈ 84 ਦਾ ਜੋੜ ਕਰਕੇ ਰਾਗਮਾਲਾ ਦੇ ਵਿੱਚ ਪੁਨ ਕ੍ਰਮ ਉਪ ਸ਼ਿੰਗਾਰ, ਫਿਰ ਜਿਹੜਾ ਕਰਮਵਾਰ ਉਪਕਰਮ ਤੇ ਉਪ ਸ਼ਿੰਗਾਰ ਮਹਾਰਾਜ ਨੇ ਉਹ ਲਿਖਿਆ ਕਿਹੜਾ ਹੈ? ਪ੍ਰਥਮ ਸਕਾਰ ਉਚਾਰਿਓ ਅੰਤ ਸਕਾਰ ਸੁਧਾਰ। ਕਿ ਸਭ ਤੋਂ ਪਹਿਲਾਂ ਵੀ ਮਹਾਰਾਜ ਨੇ ਇੱਕ ਓੰਕਾਰ, ਇਹ ਬ੍ਰਹਮਵਾਚਕ, ਇਹ ਤਾਂ ਬ੍ਰਹਮ ਹੈ ਨਾ, ਜੋ ਉਦੁੱਤੀ ਬ੍ਰਹਮ ਓੰਕਾਰ ਸਭ ਦਾ ਜੋ ਪ੍ਰਕਾਸ਼ਕ ਹੈ ਬ੍ਰਹਮ। ਫਿਰ ਉਹਦੇ ਜਿਹੜੇ ਉਸ ਬ੍ਰਹਮ ਦਾ ਜਿਵੇਂ ਵਸਤੂ ਨਿਰਦੇਸ਼ਕ ਮੰਗਲ, ਕਿ ਉਹਦੇ
ਜਿਹੜੇ ਗੁਣ ਕੀ ਹੈ, ਉਹ ਕੀ ਹੈ? ਸਭ ਤੋਂ ਪਹਿਲਾਂ ਸੱਤ, ਕਿ ਜਿਹੜਾ ਇੱਕ ਓੰਕਾਰ ਉਹ ਸੱਤ ਹੈ, ਉਹ ਨਾਮਣੇ ਵਾਲਾ। ਸਾਰੀ ਗੱਲ ਇੱਕ ਓੰਕਾਰ ਦੀ ਹੋਈ ਕੀਤੀ ਜਾ ਰਹੀ ਹੈ। ਫਿਰ ਕਿ ਸੱਤ ਸੱਸੇ ਨਾਲ ਸ਼ੁਰੂ ਹੋਇਆ, ਪ੍ਰਥਮ ਸਕਾਰ ਉਚਾਰਿਓ। ਦੇਖੋ ਸਭ ਤੋਂ ਪਹਿਲਾਂ ਫਿਰ ਸੱਸਾ ਉਚਾਰਿਆ ਮਹਾਰਾਜ ਨੇ, ਅੰਤ ਸਕਾਰ ਸੁਧਾਰ। ਤੇ ਜਦੋਂ ਐ ਸਮਾਪਤੀ ਕੀਤੀ 18 ਹੈ 10 20 ਸੱਸੇ ਤੇ ਜਾ ਕੇ ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਇਉਂ ਇਹ ਜਿਹੜਾ ਹੈ ਕੀਤੀ ਹੈ। ਇਹ ਫਿਰ ਸੰਤ ਰੇਣ ਪ੍ਰੇਮ ਸਿੰਘ ਜੀ ਨੇ, ਬਾਬਾ ਪ੍ਰੇਮ ਸਿੰਘ ਜੀ ਦੇ ਕਹਿਣ ਤੇ ਸਾਰੀ ਗੱਲ, ਕਿ ਮਹਾਰਾਜ ਨੇ ਇਉਂ ਸਾਰੀ ਗੱਲ ਭਾਈ ਗੁਰਦਾਸ ਜੀ ਨੂੰ ਇਹ ਸਮਝਾਈ ਸੀ, ਉਹ ਦੱਸੀ ਹੈ। ਚੌਪਈ ਸੁਨ ਕਰ ਹਰੀ ਪ੍ਰੇਮ ਹਰ ਖਾਨਾ। ਤੇ ਇਹ ਸਾਰੀ ਗੱਲ ਸੁਣ ਕਰਕੇ ਜਿਹੜਾ ਹਰੀ ਪ੍ਰੇਮ, ਬਾਬਾ ਪ੍ਰੇਮ ਸਿੰਘ ਜੀ ਬੇਦੀ ਬਹੁਤ ਖੁਸ਼ ਹੋਏ। ਕਹਿਓ ਕਿ ਸ਼ੰਕਾ ਮਿਟਿਓ ਮਹਾਨਾ। ਕਹਿਣ ਲੱਗੇ ਵੀ ਸਾਡਾ ਤਾਂ ਵੱਡਾ ਸ਼ੰਕਾ ਸੀ ਜਿਹੜਾ ਇਸ ਗੱਲ ਦਾ, ਉਹ ਮਿਟ ਗਿਆ ਹੈ। ਅਬ ਸਤਿਗੁਰ ਜਸ ਜਿਲਦ ਬੰਧਾਈ। ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਵੀ ਹੁਣ ਜਿਹੜਾ ਹੈ ਸਾਨੂੰ ਬਾਬਾ ਪ੍ਰੇਮ ਸਿੰਘ ਜੀ ਨੇ ਕਿਹਾ ਵੀ ਹੁਣ ਅਬ ਸਤਿਗੁਰ, ਹੁਣ ਸਤਿਗੁਰੂ ਨੇ ਜਿਸ ਤਰ੍ਹਾਂ ਜਿਲਦ ਬਣਾਈ, ਉਹ ਸਾਰਾ ਸੋ ਸੁਣਾਓ ਕਥਾ ਸੁਖਦਾਈ। ਉਹ ਸਾਰੀ ਸੁਖਦਾਇਕ ਕਥਾ ਕਿਰਪਾ ਕਰਕੇ ਸਾਨੂੰ ਸੁਣਾਉਣੀ ਕਰੋ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਪੰਚਮ ਮਹੱਲੇ। ਜੋ ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪੰਜਵੇਂ ਮਹੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਹੋਵਨ ਪ੍ਰਸੰਗ ਵਰਣਨ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ ਸਾਰੀ 18 10 20 ਤੱਕ ਲਿਖਵਾਈ ਹੈ। ਉਹ ਪ੍ਰਸੰਗ ਕਿ ਕਿਵੇਂ ਕਿਵੇਂ ਬਾਣੀ ਜਿਹੜੀ ਹੈ ਇਹ ਉਚਾਰੀ ਗਈ ਤੇ ਕਿਵੇਂ ਲਿਖਤ ਹੋਈ, ਉਹ ਵਰਣਨ ਕੀਤਾ। ਨਾਮ ਸਪਤ ਬਿੰਸਤ ਮੰਦਰੈ, ਜੋ ਕਿ ਭਾਈ ਇਹ ਸਪਤ 7 ਬਿੰਸਤ 20 ਭਾਵ 27ਵੇਂ ਘਰ ਦਾ ਪ੍ਰਸੰਗ ਹੈ। ਦੋਹਰਾ ਸੁਨਹੁ ਕਥਾ ਸਰੋਤਾ ਸੁਖਦ, ਸ੍ਰੀ ਸਤਿਗੁਰ ਗਤ ਦਾਏ। ਸੰਤ ਰੇਣ ਪ੍ਰੇਮ ਸਿੰਘ ਜੀ ਅੱਗੇ 28ਵੇਂ ਘਰ ਦਾ ਪ੍ਰਸੰਗ ਕਹਿ ਰਹੇ ਹੈ ਕਿ ਹੇ ਸਰੋਤਾ ਜਨੋ, ਭਾਈ ਇਹ ਸੁਖਦ ਕਥਾ, ਸੁਖਦਾਈ ਕਥਾ ਸਰਵਣ ਕਰੋ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਮੁਕਤੀ ਦਾਤਾ ਸਤਿਗੁਰੂ ਜੀ ਦੀ ਬੀੜ ਕਰੀ ਜਸ ਗ੍ਰੰਥ ਕੀ, ਇੱਕ ਤੇ ਬਹੁ ਜਸ ਥਾਏ। ਜਿਸ ਤਰ੍ਹਾਂ ਭਾਈ ਇਹ ਬੀੜ ਤਿਆਰ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ, ਤੇ ਇੱਕ ਤੇ ਬਹੁ ਜਸ ਥਾਏ, ਜਿਵੇਂ ਇੱਕ ਤੋਂ ਫਿਰ ਅੱਗੇ ਹੋਰ ਕਿਵੇਂ ਸਰੂਪ ਹੋਏ। ਚੌਪਈ ਸ੍ਰੀ ਗੁਰ ਗ੍ਰੰਥ ਸੁਕੀਨ ਸੰਪੂਰਨ। ਇਸ ਤਰ੍ਹਾਂ ਭਾਈ ਸਾਰੀ ਬਾਣੀ ਲਿਖਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਰੀ ਪੰਚਮ ਪਾਤਸ਼ਾਹ ਨੇ ਲਿਖ ਕਰਕੇ ਭਾਈ ਗੁਰਦਾਸ ਜੀ ਤੋਂ ਲਿਖਵਾਈ, ਸੰਪੂਰਨ ਕਰਾਏ। ਪਾਠੇ ਸੁਨੇ ਜਿਸ ਦੁੱਖ ਸਭ ਚੂਰਨ। ਜਿਸ ਮਹਾਰਾਜ ਦੀ ਬਾਣੀ ਨੂੰ ਕੋਈ ਪੜ੍ਹੇ ਕੋਈ ਸੁਣੇ, ਉਹਦੇ ਸਾਰੇ ਜਿੰਨੇ ਵੀ ਦੁੱਖ ਨੇ ਉਹਨਾਂ ਦਾ ਚੂਰਨ ਹੋ ਜਾਂਦਾ ਹੈ, ਭਾਵ ਖਤਮ ਹੋ ਜਾਂਦੇ ਹਨ। ਬਹੁ ਵਿਧ ਕੇ ਉਤਸ਼ਾਹ ਕਰਾਏ। ਤੇ ਫਿਰ ਬਹੁਤ ਤਰ੍ਹਾਂ ਦੇ ਉਤਸ਼ਾਹ ਮੰਗਲ ਖੁਸ਼ੀਆਂ ਕਰਾਈਆਂ ਹਨ। ਜੋ ਲਿਖਨ ਮਹਿ ਸਕੈ ਨ ਆਏ। ਸੰਤ ਰੇਣ ਜੀ ਕਹਿੰਦੇ ਐਸੇ ਉਤਸ਼ਾਹ ਭਾਈ ਜਿਹੜੇ ਇਉਂ ਲਿਖਣ ਦੇ ਵਿੱਚ ਵੀ ਨਹੀਂ ਆ ਸਕਦੇ ਹਨ। ਲਵਪੁਰ ਤੇ ਗੁਰ ਜਲਦ ਮੰਗਾਇਓ। ਤੇ ਲਾਹੌਰ ਤੋਂ ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਲਦ ਮੰਗਵਾਈ ਹੈ। ਭਲੀ ਭਾਂਤ ਜਲਦੈ ਬਨਵਾਇਓ। ਤੇ ਭਲੀ ਭਾਂਤ ਜੋ ਜਲਦ ਉਹ ਬਨਵਾਈ ਗਈ। ਏਤ ਸਮੇਂ ਇੱਕ ਮੁਖ ਸਿੱਖ ਆਇਓ। ਇੱਕ ਸਮੇਂ ਇੰਨੇ ਨੂੰ ਫਿਰ ਇੱਕ ਉਸ ਸਮੇਂ ਮੁਖੀ ਸਿੱਖ ਆ ਗਿਆ ਹੈ। ਕਾਰੀ ਮਾਂਗਟ ਨਗਰ ਸੁਹਾਇਓ। ਜੋ ਕਿ ਮਾਂਗਟ ਨਗਰ ਦਾ ਭਾਈ ਇੱਕ ਬਹੁਤ ਨਗਰ ਸੁਹਾਉਂਦਾ ਉੱਥੋਂ ਦਾ ਸੀ।
ਭਾਈ ਬੰਨੋ ਜਿਸ ਕਾ ਨਾਮ। ਜਿਹਦਾ ਨਾਂ ਭਾਈ ਬੰਨੋ ਜੀ ਹੈ। ਆਏ ਕੀਨ ਗੁਰ ਪਗ ਪ੍ਰਣਾਮ। ਉਹਨੇ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ। ਇਤਕ ਸਿੱਖ ਤਿਸ ਸੰਗ ਸੁਹਾਏ। ਕੁਝ ਉਹਦੇ ਨਾਲ ਹੋਰ ਵੀ ਸਿੱਖ ਆਏ ਜੋ ਸੋਭਦੇ ਹਨ। ਗੁਰ ਪਗ ਬੰਦੇ ਅਤ ਸੁਖ ਪਾਏ। ਗੁਰੂ ਸਾਹਿਬ ਦੇ ਚਰਨਾਂ ਤੇ ਉਹਨਾਂ ਬੰਦਨਾ ਕੀਤੀ, ਬਹੁਤ ਸੁਖ ਪਾਇਆ। ਤਬ ਬੰਨੋ ਗਾਰੇ ਅੰਚਰ ਡਾਰੀ। ਤਦ ਭਾਈ ਬੰਨੋ ਜੀ ਨੇ ਗਲ ਵਿੱਚ ਪੱਲਾ ਪਾਇਆ ਹੈ। ਅਸ ਬਿਦ ਬੇਨਤੀ ਕੀਨ ਉਚਾਰੀ। ਇਸ ਤਰ੍ਹਾਂ ਭਾਈ ਬੰਨੋ ਨੇ ਬੇਨਤੀ ਕੀਤੀ। ਨਾਮ ਗਰੀਬ ਨਿਵਾਜ ਉਦਾਰਾ। हे ਸਤਿਗੁਰੂ ਜੀ, ਤੁਹਾਡਾ ਨਾਮ ਜੋ ਮਹਾਨ ਉਦਾਰਤਕ ਸਖੀ ਦਾ ਤੇ ਗਰੀਬ ਨਵਾਜ ਹੈ। ਨਿਸ ਬਾਸਰ ਠਾਨ ਤੇ ਉਪਕਾਰਾ। ਜੋ ਦਿਨ ਰਾਤ ਤੁਸੀਂ ਪਰਉਪਕਾਰ ਕਰਨਾ ਲੋਚਦੇ ਹੋ। ਕਾਲ ਕੇ ਨਾਰਨ ਉਦਾਹਰਨ ਕਾਰਨ। ਸਤਿਗੁਰੂ ਜੀ, ਇਹ ਕਲਯੁਗ ਦੇ ਜੀਵਾਂ ਨੂੰ ਉਦਾਹਰਨ ਦੇ ਵਾਸਤੇ ਸਮ ਜਹਾਜ ਕੀਏ ਗ੍ਰੰਥ ਸੁਧਾਰਨ। ਜੋ ਤੁਸੀਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਹਾਜ ਵਾਂਗ ਤੁਸੀਂ ਬਣਾਉਣਾ ਕੀਤਾ ਵੀ, ਜੋ ਸਭ ਨੂੰ ਤਾਰੇਗਾ। ਸਭ ਦਾਸਨ ਕੋ ਰਾਖਤ ਮਾਨੂ। ਤੋ ਸਾਰੇ ਸੇਵਕਾਂ ਦਾ ਮਹਾਰਾਜ ਤੁਸੀਂ ਮਾਣ ਰੱਖਦੇ ਹੋ। ਮਨ ਬਾਂਛਤ ਦੇਹੁ ਕਿਰਪਾ ਨਿਧਾਨੂ। ਤਾਂ ਸਾਨੂੰ ਵੀ ਇਹ ਕਿਰਪਾ ਨਿਧਾਨ ਸਤਿਗੁਰੂ ਜੀ, ਮਨ ਦੀ ਇੱਛਾ ਹੈ ਉਹ ਸਾਡੀ ਪੂਰੀ ਕਰੋ। ਦੀਜੈ ਗ੍ਰੰਥ ਸਾਹਿਬ ਹਮ ਮੰਗਾ। ਵੀ ਮਹਾਰਾਜ ਜੀ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਤੁਸੀਂ ਸਰੂਪ ਲਿਖਾਇਆ, ਕਿਰਪਾ ਕਰਕੇ ਸਾਨੂੰ ਇਹ ਮੰਗਿਆ ਵਿਆ, ਇੱਕ ਵਾਰੀ ਸਾਨੂੰ ਸਰੂਪ ਦੇਵੋ। ਸਭ ਸਿੱਖਨ ਕੋ ਮਨ ਅਨੁਰਾਗਾ। ਜੋ ਸਾਰੇ ਸਿੱਖਾਂ ਦੇ ਮਨ ਦੇ ਵਿੱਚ ਮਹਾਰਾਜ ਬਹੁਤ ਪ੍ਰੇਮ ਹੈ। ਦੇਸ ਬਿਖੈ ਸੰਗਤ ਸਮਦਾਈ। ਇਹ ਮਹਾਰਾਜ ਜੀ, ਕੁਝ ਐਸੇ ਇਲਾਕੇ ਦੇਸ਼ਾਂ ਵਿੱਚ ਜੋ ਸਾਰੀ ਸੰਗਤ ਹੈ। ਦਰਸ਼ਨ ਕਰਿਓ ਚਹਿਤ ਹਿਤ ਲਾਈ। ਉਹ ਦਰਸ਼ਨ ਕਰਨਾ ਚਾਹੁੰਦੀ ਹੈ ਪ੍ਰੇਮ ਲਾ ਕਰਕੇ। ਵੀ ਮਹਾਰਾਜ ਜੀ, ਆਪ ਜੀ ਕਿਰਪਾ ਕਰੋ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ। ਇਹ ਭਾਈ ਬੰਨੋ ਜੀ ਨੇ ਜੋ ਆਪਾਂ ਗੱਲ ਕੀਤੀ ਸੀ, ਕਿਵੇਂ ਉਤਾਰਾ ਕੀਤਾ, ਉਹ ਕੱਲ ਦੇ ਪ੍ਰਸੰਗ ਵਿੱਚ ਆਵੇਗੀ ਵਿਚਾਰ। ਆਓ ਹੁਣ ਸਮਾਪਤੀ ਦਾ ਸਮਾਂ ਹੈ, ਲਗਭਗ ਟਾਈਮ ਹੋ ਗਿਆ ਹੈ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸਰਦਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।